ਆ ਬੈਠ ਕੇ ਕੋਈ ਗੱਲ ਕਰੀਏ, ਜ਼ਿੰਦਗੀ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਈਏ ਤੇ ਹਰ ਮਸਲੇ ਦਾ ਹੱਲ ਕਰੀਏ, ਕਿਉਂਕਿ ਬੋਲਣ ਨਾਲ ਹੀ ਗੱਲ ਸੁਲਝਦੀ ਏ। ਚੁੱਪ ਦੇ ਦਾਇਰਿਆਂ 'ਚ ਕੈਦ ਜ਼ਿੰਦਗੀ ਸਦਾ ਹੀ ਉਲਝਦੀ ਏ। ਮਸਲਾ ਚਾਹੇ ਛੋਟਾ ਹੋਵੇ, ਚਾਹੇ ਵੱਡਾ ਘਮਸਾਨ ਹੋਵੇ, ਘਰ ਦੀ ਨਿੱਕੀ ਜਿਹੀ ਗੱਲ ਹੋਵੇ, ਚਾਹੇ ਰੌਲਾ ਛਿੜਿਆ ਵਿੱਚ ਜਹਾਨ ਹੋਵੇ, ਬੋਲਣਾ ਬੜਾ ਜ਼ਰੂਰੀ ਏ, ਦਿਲ ਖੋਲ੍ਹਣਾ ਬੜਾ ਜ਼ਰੂਰੀ ਏ। ਜੇ ਨਾ ਬੋਲਾਂਗੇ, ਦਿਲ ਦੇ ਭੇਤ ਨਾ ਖੋਲਾਂਗੇ ਤਾਂ ਉਲਝ ਕੇ ਰਹਿ ਜਾਵਾਂਗੇ, ਫਿਰ ਕਦੀ ਨਾ ਸੁਲਝ ਪਾਵਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਆਈਵਲ ਟੀਵੀ ਤੇ ਮੈਂ ਸੁਖਦੀਪ ਕੌਰ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਨਵਾਂ ਪ੍ਰੋਗਰਾਮ ਸੱਜਰੇ ਬੋਲ, ਜਿਸ ਵਿੱਚ ਅਸੀਂ ਤੁਹਾਨੂੰ ਹਮੇਸ਼ਾ ਕੁਝ ਨਵਾਂ ਸੱਜਰਾਪਨ, ਕੁਝ ਸੱਜਰੇ ਵਿਚਾਰ, ਕੁਝ ਸੱਜਰੇ ਬੋਲਾਂ ਬਾਰੇ ਗੱਲ ਕਰਾਂਗੇ। ਅੱਜ ਦੇ ਸਾਡੇ ਇਸ ਸੈਗਮੈਂਟ ਵਿੱਚ ਅਸੀਂ ਬੋਲਣ ਬਾਰੇ, ਬੋਲਣ ਦੇ ਮਾਇਨੇ ਆਪਣੇ ਹੁੰਦੇ ਨੇ, ਇਸੇ ਤਰ੍ਹਾਂ ਚੁੱਪ ਦੇ ਵੀ ਕੁਝ ਮਾਇਨੇ ਹੁੰਦੇ ਨੇ, ਇਸ ਸਾਰੇ ਬਾਰੇ ਬੜੇ ਚੰਗੀ ਤਰ੍ਹਾਂ ਗੱਲ ਕਰਾਂਗੇ। ਤੇ ਇਸ ਵਿਚਾਰ ਚਰਚਾ ਵਿੱਚ ਮੇਰੇ ਨਾਲ ਮੌਜੂਦ ਨੇ ਅਮਨਜੀਤ ਕੌਰ। ਅਮਨਜੀਤ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਹੋਰ ਅਮਨ ਜੀ, ਠੀਕ ਠਾਕ ਹੋ? ਹਾਂਜੀ ਹਾਂਜੀ, ਵਧੀਆ, ਤੁਸੀਂ ਸੁਣਾਓ? ਬਸ ਠੀਕ ਜੀ। ਹਾਂਜੀ। ਹੋਰ ਅਮਨ, ਜਿੱਦਾਂ ਕਿ ਆਪਾਂ ਪ੍ਰੋਗਰਾਮ ਸੱਜਰੇ ਬੋਲ ਹੈ, ਆਪਾਂ ਅੱਜ ਪਹਿਲੇ ਵਾਰ ਦਰਸ਼ਕਾਂ ਦੀ ਕਚਹਿਰੀ ਵਿੱਚ ਇਹ ਪ੍ਰੋਗਰਾਮ ਲੈ ਕੇ ਆ ਰਹੇ ਹਾਂ। ਹਾਂਜੀ ਹਾਂਜੀ। ਤਾਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਾਂਗੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਬੋਲਣ ਦਾ ਜਿਹੜਾ ਇਹਨੂੰ ਇੱਕ ਕਿਤੇ ਨਾ ਕਿਤੇ ਬੋਲਣਾ ਇੱਕ ਹੁਨਰ ਹੈ, ਇੱਕ ਕਲਾ ਹੈ, ਹਨਾ, ਜਿਹੜਾ ਸਾਡੀ ਸ਼ਖਸੀਅਤ ਨੂੰ ਨਿਖਾਰਦਾ ਹੈ। ਤਾਂ ਮੈਂ ਪਹਿਲਾਂ ਤਾਂ ਆਪਾਂ ਇਸ ਸ਼ੁਰੂਆਤ ਕਰੀਏ ਕਿ ਤੁਸੀਂ ਬੋਲਣ ਨੂੰ ਕਿਵੇਂ ਮਤਲਬ ਬਿਆਨ ਦਿਓ। ਹਾਂਜੀ ਸੁਖਦੀਪ ਮੈਮ, ਜਿਵੇਂ ਬੋਲਣਾ ਬਹੁਤ ਜ਼ਰੂਰੀ ਹੈ, ਜਿਵੇਂ ਤੁਸੀਂ ਬਹੁਤ ਖੂਬਸੂਰਤ ਕਵਿਤਾ ਦੇ ਨਾਲ ਆਪਣੀ ਇਸ ਨਜ਼ਮ ਦੇ ਨਾਲ ਇਸ ਸੈਗਮੈਂਟ ਦਾ ਆਗਾਜ਼ ਕੀਤਾ ਹੈ ਜੀ। ਸੱਚਮੁੱਚ ਬੋਲਣਾ ਬਹੁਤ ਜ਼ਰੂਰੀ ਹੈ। ਦੇਖੋ, ਪੰਛੀ ਬੋਲਦੇ ਨੇ, ਹਨਾ, ਜਾਨਵਰ ਬੋਲਦੇ ਨੇ, ਆਪਾਂ ਘਰ ਵਿੱਚ ਕੋਈ ਵੀ ਪੈਟ ਰੱਖਿਆ ਹੁੰਦਾ ਹੈਗਾ, ਉਹ ਵੀ ਆਪਾਂ ਨੂੰ ਬੋਲ ਕੇ ਆਪਣੇ ਜੈਸਟਰਸ ਦੇ ਨਾਲ ਉਹ ਤੁਹਾਨੂੰ ਦੱਸਦਾ ਹੈ ਕਿ ਮੈਨੂੰ ਹੁਣ ਭੁੱਖ ਲੱਗੀ ਹੈ, ਜਾਂ ਮੈਨੂੰ ਆਪਣੇ ਪਿਆਰ ਦਾ ਪ੍ਰਗਟਾਵਾ ਕਰਦਾ ਹੈ। ਤਾਂ ਬੋਲਣਾ ਅਤ ਜ਼ਰੂਰੀ ਹੈ ਜੀ। ਲੇਕਿਨ ਹੁਣ ਮਸਲਾ ਇਹ ਹੈ ਕਿ ਬੋਲਣਾ ਕਿੱਥੇ ਹੈ, ਕਦੋਂ ਹੈ, ਕਿਵੇਂ ਹੈ, ਉਹਦਾ ਬੋਲਣਾ ਜਿਹੜਾ ਹੈਗਾ, ਬੋਲਣ ਦਾ ਅੰਦਾਜ਼ ਕਿਵੇਂ ਹੋਣਾ ਚਾਹੀਦਾ ਹੈਗਾ, ਇਹ ਸਾਰਾ ਕੁਛ ਇਸੇ ਦੇ ਉੱਤੇ ਟਿਕਿਆ ਹੋਇਆ ਹੈਗਾ। ਤਾਂ ਤੁਸੀਂ ਵੀ ਉਹ ਕਹਾਣੀ ਸੁਣੀ ਹੋਏਗੀ, ਹੈ ਨਾ। ਇੱਕ ਕੋਈ ਆਦਮੀ ਹੁੰਦਾ ਹੈਗਾ, ਉਹ ਬਾਹਰੋਂ ਆਪਣੇ ਪਿੰਡੋਂ ਬਾਰ-ਬਾਰ ਪਿੰਡ ਵੱਲ ਨੂੰ ਆਉਂਦਾ ਹੈਗਾ, ਅਤੇ ਉਹ ਆ ਕੇ ਆਵਾਜ਼ ਮਾਰਦਾ ਹੈਗਾ ਇੱਕ ਘਰੇ ਕਿ ਭਈ ਤੇ ਤੁਹਾਡੇ ਨਾ ਭੈਣ ਦਾ ਜਿਹੜਾ ਖਸਮ ਹੈ ਉਹ ਬਾਹਰ ਬੈਠਾ ਹੈ, ਡਿੱਕੀ ਜਾਂਦਾ ਤੁਹਾਨੂੰ ਤੁਸੀਂ ਲੈਣ ਕਿਉਂ ਨਹੀਂ ਗਏ? ਉਹ ਸਾਰੇ ਇਕੱਠੇ ਹੋ ਜਾਂਦੇ ਆ ਅਤੇ ਉਹਨੂੰ ਕੁੱਟਣ ਡਹਿ ਪੈਂਦੇ ਹੈਗੇ ਆ। ਅਤੇ ਉਹ ਕਹਿੰਦਾ ਵੀ ਮੈਂ ਤਾਂ ਤੁਹਾਨੂੰ ਦੱਸਿਆ ਵੀ ਭਾਈ ਉਹ ਆਇਆ ਤੁਹਾਡਾ ਬੰਦਾ, ਅਤੇ ਤੁਸੀਂ ਕਿਉਂ ਮੈਨੂੰ ਮਾਰਨ ਡਏ ਹੋ? ਅਤੇ ਉਹ ਪਰ ਮਤਲਬ ਕਿ ਬਹੁਤ ਉਹਦੀ ਬੁਰੀ ਗਤੀ ਹੁੰਦੀ ਹੈ ਕਿ ਉਹ ਸੂਚਨਾ ਉਹ ਜੋ ਦੇ ਰਿਹਾ ਸੀ ਸਹੀ ਦੇ ਰਿਹਾ ਸੀ, ਪਰ ਜੋ ਉਹਦੇ ਬੋਲਣ ਦਾ ਅੰਦਾਜ਼ ਸੀ। ਇੱਦਾਂ ਹੀ ਇੱਕ ਹੋਰ ਆਦਮੀ ਆਉਂਦਾ ਹੈਗਾ, ਉਹ ਕਹਿੰਦੇ ਵੀ ਭਾਈ ਤੁਹਾਡਾ ਜਵਾਈ ਭਾਈ ਬਾਹਰ ਅੱਡੇ 'ਤੇ ਬੈਠਾ ਹੈ, ਤੁਸੀਂ ਲੈਣ ਨਹੀਂ ਜਾਣਾ ਉਹਨੂੰ? ਉਹ ਅਗਲੇ ਉਹਨੂੰ ਬਿਠਾਉਂਦੇ ਨੇ, ਚਾਹ ਪਾਣੀ ਪੁੱਛਦੇ ਨੇ ਉਹਨੂੰ, ਉਹਦਾ ਵੀ ਮਤਲਬ ਉਹਨੂੰ ਧੰਨਵਾਦ ਕਰਦੇ ਨੇ ਵੀ ਤੂੰ ਸਾਨੂੰ ਦੱਸਿਆ। ਅਤੇ ਉਹ ਕਹਿੰਦਾ ਕਿ ਇਹ ਕੀ ਹੈ? ਉਹ ਦੋਨਾਂ ਜਣੇ ਜਾ ਰਹੇ ਹੁੰਦੇ ਹੈਗੇ, ਕਹਿੰਦੇ ਆਪੋ ਆਪਣੀ ਜ਼ੁਬਾਨ ਦਾ ਰਸ ਲੈ ਕੇ ਜਾ ਰਹੇ ਹੈਗੇ ਆ। ਤਾਂ ਮਤਲਬ ਤੁਹਾਡੇ ਬੋਲਣ ਦੇ ਤਰੀਕੇ ਤੋਂ ਵੀ ਜਿਹੜਾ ਹੈਗਾ ਬਹੁਤ ਸਾਰਾ ਕੁਛ ਤੁਹਾਡੇ ਵਿਅਕਤੀਤਵ ਦਾ, ਤੁਹਾਡੀ ਸਮਝ ਦਾ, ਤੁਸੀਂ ਕਿੰਨਾ ਕੁ ਤੁਹਾਡੇ ਅੰਦਰ ਤੁਸੀਂ ਕੀ ਚੀਜ਼ਾਂ ਨੂੰ ਸਮਾ ਕੇ ਰੱਖਿਆ ਹੋਇਆ ਹੈਗਾ, ਉਸ ਦਾ ਵੀ ਪ੍ਰਗਟਾਵਾ ਹੁੰਦਾ। ਜੋ ਅਸੀਂ ਪੜ੍ਹਿਆ ਹੈ, ਜੋ ਸਾਡੀ ਸਮਝ ਨੇ ਸਾਨੂੰ ਸਮਝਦਾਰ ਬਣਾਇਆ ਹੈ, ਉਹ ਸਾਰਾ ਕੁਛ ਅਸੀਂ ਆਪਣੇ ਬੋਲ ਚਾਲ ਦੇ ਵਿੱਚ ਦਿਖਾ ਦਿੰਦੇ ਹੈਗੇ ਆ। ਹੁਣ ਜਿਵੇਂ ਅਮਨ ਕਹਿੰਦੇ ਹੁੰਦੇ ਨਾ, ਜਿਹੜੀ ਯੋਗਤਾ ਹੈ ਉਹ ਤੁਹਾਡੇ ਮੂੰਹ ਤੇ ਨਹੀਂ ਲਿਖੀ ਹੋਈ, ਤਾਂ ਜਿਹੜਾ ਤੁਹਾਡਾ ਬੋਲ ਚਾਲ ਦਾ ਢੰਗ ਹੈ ਉਹੀ ਤੁਹਾਡੇ ਕਿਰਦਾਰ ਦੀ ਉਸਾਰੀ ਕਰਦਾ ਹੈ। ਬਿਲਕੁਲ, ਤੁਸੀਂ ਜਿੱਦਾਂ ਬੋਲਦੇ ਹੋ, ਜਿਹੜੇ ਲਹਿਜੇ 'ਚ ਗੱਲ ਕਰਦੇ ਹੋ, ਜਿਵੇਂ ਇੱਕ ਆਪਾਂ ਸਿੰਪਲ ਜੀ ਗੱਲ ਕਹੀਏ ਤੇ ਕਹਿੰਦੇ ਹੁੰਦੇ ਨਾ, ਜਿਹੜੀ ਤੁਹਾਡੀ ਬੋਲ ਚਾਲ ਹੈ ਇਹ ਤੁਹਾਨੂੰ ਮਨ ਵਿੱਚ ਵੀ ਉਤਾਰਦਾ ਹੈ ਤੇ ਦੂਜੇ ਦੇ ਮਨੋਂ ਵੀ ਉਤਾਰਦਾ ਹੈ। ਠੀਕ ਹੈ, ਤਾਂ ਇਹ ਸਾਡੇ ਤੇ ਹੈ ਵੀ ਅਸੀਂ ਬੋਲ ਕਿਹੜੇ ਢੰਗ ਨਾਲ ਬੋਲ ਰਹੇ ਹਾਂ ਸਾਹਮਣੇ ਵਾਲੇ ਨੂੰ। ਬਿਲਕੁਲ ਬਿਲਕੁਲ, ਉਹੀ ਕਹਿੰਦੇ ਨਾ ਕਿ ਰੁੱਖਾ ਬੋਲਾਂਗੇ ਤਾਂ ਸਾਨੂੰ ਫਿਰ ਉੱਦਾਂ ਦਾ ਵਿਹਾਰ ਮਿਲਣਾ, ਜੇ ਅਸੀਂ ਵਧੀਆ ਬੋਲਾਂਗੇ, ਪਿਆਰਾ ਬੋਲਾਂਗੇ,
ਗੁਰੂ ਗ੍ਰੰਥ ਸਾਹਿਬ ਵੀ ਇਸ ਦੀ ਸ਼ਾਨੀ ਭਰਦੇ ਨੇ। ਉਹ ਕਹਿੰਦੇ ਮਿੱਠਤ ਨੀਵੇਂ ਨਾਨਕਾ ਗੁਣ ਚੰਗਿਆਈਆਂ ਤਤ, ਹੈ ਨਾ। ਤੇ ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਮਤਲਬ ਨਿਮਰਤਾ ਹੋਣੀ ਚਾਹੀਦੀ ਹੈ ਤੁਹਾਡੀ ਬੋਲੀ ਦੇ ਵਿੱਚ, ਤੁਹਾਡੇ ਲਹਿਜ਼ੇ ਦੇ ਵਿੱਚ, ਤੇ ਰੁੱਖਾਪਨ ਨਹੀਂ ਹੋਣਾ ਚਾਹੀਦਾ ਹੈਗਾ, ਸਲੀਕਾ ਹੋਣਾ ਚਾਹੀਦਾ ਹੈ। ਕਿਉਂਕਿ ਅਸੀਂ ਹਰ ਰੋਜ਼ ਬੋਲਦੇ ਹਾਂ, ਘਰ ਵਿੱਚ ਬੋਲਦੇ ਹਾਂ, ਬੱਚਿਆਂ ਨਾਲ ਬੋਲਦੇ ਹਾਂ, ਬਾਹਰ ਆਪਾਂ ਬੋਲਦੇ ਹਾਂ, ਸਟੂਡੈਂਟਸ ਨਾਲ ਆਪਾਂ ਨਾ ਅਧਿਆਪਕ ਹੋਣ ਦੇ ਨਾਤੇ ਆਪਾਂ ਬਹੁਤ ਜ਼ਿਆਦਾ ਕਮਿਊਨੀਕੇਸ਼ਨ ਹੈ। ਆਪਾਂ ਆਪਣੀ ਨਾਲ ਗੱਲ ਕਰੀਏ, ਪਰ ਸਾਰੇ ਲੋਕਾਂ ਦੀ ਗੱਲ ਕਰੀਏ ਤਾਂ ਸਾਰੇ ਬੋਲ ਤੋਂ ਬਿਨਾਂ ਤਾਂ ਫਿਰ ਬੋਲ ਚਾਲ ਤੋਂ ਬਿਨਾਂ ਤਾਂ ਪੋਸੀਬਲ ਨਹੀਂ। ਕਮਿਊਨੀਕੇਸ਼ਨ ਦਾ ਇੱਕ ਬਹੁਤ ਵੱਡਾ ਸਟਰੋਂਗ ਜਿਹੜਾ ਸਾਧਨ ਹੈਗਾ। ਤੇ ਲੇਕਿਨ ਉਹ ਵੱਖਰੀਆਂ ਥਾਵਾਂ, ਵੱਖਰੀਆਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈਗਾ ਕਿਤੇ ਲੜਾਈਆਂ ਹੋ ਰਹੀਆਂ। ਉਹਨੇ ਮੈਨੂੰ ਆਹ ਗੱਲ ਕਹੀ, ਤੁਹਾਡੇ ਆਪਣਾ ਸੈਲਫ ਰਿਸਪੈਕਟ ਜਾਂ ਤੁਹਾਡੀ ਸੈਲਫ ਈਗੋ ਜਿਹੜੀ ਹੈ ਜਦੋਂ ਹਰਟ ਹੁੰਦੀ ਹੈ, ਫਿਰ ਲੜਾਈ ਹੋ ਜਾਂਦੀ ਹੈ। ਚਾਹੇ ਉਹ ਘਰ ਹੈ, ਚਾਹੇ ਉਹ ਦਫ਼ਤਰ ਹੈ, ਚਾਹੇ ਉਹ ਕੋਈ ਪਬਲਿਕ ਪਲੇਸ ਹੈ, ਮਤਲਬ ਹਰ ਜਗ੍ਹਾ ਦੇ ਉੱਤੇ ਬੋਲਣ ਦੀ ਤਾਂ ਬਹੁਤ ਜ਼ਿਆਦਾ ਹੀ ਅਹਿਮੀਅਤ ਹੈ। ਤਾਂ ਉਹ ਤੁਹਾਡਾ ਵਿਅਕਤੀਤਵ ਵੀ, ਤੁਹਾਡੀ ਪਰਸਨੈਲਿਟੀ, ਤੁਹਾਡੀ ਸੋਚ ਦਾ ਘੇਰਾ ਵੀ ਦਰਸਾਉਂਦੀ ਹੈ। ਪਰ ਇਹ ਨਾ ਸਾਡੇ ਤੇ ਆ ਕਿ ਅਸੀਂ ਬੋਲਣਾ ਕੀ ਹੈ। ਹੁਣ ਜਿਵੇਂ ਕਹਿੰਦੇ ਨਾ ਬਾਣੀ ਬੋਲੋ, ਜ਼ੁਬਾਨ ਚੋਂ ਬਾਣ ਨਾ ਕੱਢੋ, ਕਿਉਂਕਿ ਜਿਹੜਾ ਬਾਣੀ ਦੇ ਬਾਣ ਦਾ ਫੱਟ ਲੱਗਦਾ ਹੈ ਨਾ, ਜ਼ਖਮ ਤਾਂ ਫਿਰ ਵੀ ਭਰ ਜਾਂਦੇ ਆ, ਪਰ ਜਿਹੜਾ ਉਹ ਫੱਟ ਹੈ ਉਹ ਕਦੀ ਵੀ ਭਰਦਾ ਨਹੀਂ, ਓਦਾਂ ਹਰਿਆ ਰਹਿੰਦਾ ਹੈ। ਜਾਨੀ ਅਸੀਂ ਜਿਵੇਂ ਪੰਜਾਬੀ ਚ ਬਹੁਤ ਸਾਰੀਆਂ ਕਹਾਵਤਾਂ ਨੇ ਏਦਾਂ ਹੀ ਕਿ ਪਹਿਲਾਂ ਤੋਲੋ ਫਿਰ ਬੋਲੋ। ਕਿਤੇ ਨਾ ਕਿਤੇ ਕੁਝ ਵੀ ਬੋਲਣਾ ਹੈ ਤਾਂ ਕਮ ਸੇ ਕਮ ਸੋਚ ਕੇ ਬੋਲੋ। ਬਾਈਬਲ ਵਿੱਚ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਸੁਣਨ ਵਾਲਾ ਹੈ ਉਹ ਠਰਮੇ ਵਾਲਾ ਹੋਵੇ, ਠੀਕ ਹੈ। ਤੇ ਇਸੇ ਤਰ੍ਹਾਂ ਜਿਹੜਾ ਬੋਲਣ ਵਾਲਾ ਉਹ ਵੀ ਉਸ ਤੋਂ ਧੀਰਜ ਵਾਲਾ ਹੋਵੇ, ਕਿਉਂਕਿ ਸੋਚ ਕੇ ਬੋਲੇਗਾ। ਹਾਂਜੀ, ਬਿਲਕੁਲ। ਜੇ ਹੁਣ ਇੱਕ ਧਿਰ ਤਾਂ ਬੋਲੀ ਜਾ ਰਹੀ ਹੈ ਪਰ ਦੂਸਰੀ ਧਿਰ ਨੂੰ ਬੋਲਣ ਦਾ ਮੌਕਾ ਨਹੀਂ ਮਿਲੂਗਾ, ਇਹ ਵੀ ਗਲਤ ਹੈ ਨਾ। ਕਈ ਵਾਰੀ ਕੀ ਹੁੰਦਾ ਹੈਗਾ ਕਿ ਤੁਸੀਂ ਤਾਂ ਬੋਲ ਰਹੇ ਹੋ, ਤੁਸੀਂ ਤਾਂ ਆਪਣਾ ਸਾਰਾ ਗੁਬਗਬਾਟ ਕੱਢ ਦਿੱਤਾ, ਪਰ ਜਿਹਨੇ ਸੁਣਿਆ ਤੁਹਾਨੂੰ ਅੱਧਾ ਘੰਟਾ, ਪੌਣਾ ਘੰਟਾ ਜਾਂ 5 ਮਿੰਟ 10 ਮਿੰਟ ਜਿਸਨੇ ਵੀ ਤੁਹਾਨੂੰ ਸੁਣਿਆ ਹੈਗਾ, ਤਾਂ ਸਰੋਤੇ ਦੀ ਵੀ ਬਹੁਤ ਅਹਿਮੀਅਤ ਹੈ ਕਿ ਉਹ ਜੋ ਸੁਣੂਗਾ ਹੀ ਨਹੀਂ ਤਾਂ ਕੋਈ ਬੋਲੂਗਾ ਵੀ ਨਹੀਂ, ਹੈ ਨਾ। ਦੋਨਾਂ ਚੀਜ਼ਾਂ ਦਾ ਆਪਣੇ ਆਪ ਦੇ ਵਿੱਚ ਸੁਖਦੀਪ ਜੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਆ। ਜੇ ਦੋਨੇ ਧਿਰਾਂ ਬੋਲੇ ਜਾਣਗੀਆਂ ਫਿਰ ਰੌਲਾ ਰੱਪਾ ਜਿਹਨੂੰ ਆਪਾਂ ਕਹਿੰਦੇ ਆ ਨਾ, ਸ਼ੋਰ ਸ਼ਰਾਬਾ ਹੋ ਜਾਊਗਾ। ਜੇ ਇਕੱਲਾ ਇੱਕ ਜਣਾ ਹੀ ਬੋਲ ਰਿਹਾ ਹੈਗਾ ਔਰ ਦੂਸਰਾ, ਠੀਕ ਹੈ, ਇਹ ਬੋਲ ਚਾਲ ਦਾ ਇੱਕ ਬਹੁਤ ਵੱਡਾ ਰੂਲ ਹੈ, ਇੱਕ ਬੋਲੇਗਾ ਦੂਜਾ ਸੁਣੇਗਾ, ਫਿਰ ਦੂਸਰਾ ਬੋਲੇਗਾ ਤੇ ਪਹਿਲੇ ਵਾਲਾ ਸੁਣੇਗਾ। ਪਰੰਤੂ ਕਈ ਹੁੰਦਾ, ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈਗਾ ਕਿ ਅਸੀਂ ਮੌਕਾ ਹੀ ਨਹੀਂ ਦਿੰਦੇਗੇ ਦੂਜੇ ਨੂੰ ਬੋਲਣ ਦਾ। ਉਹ ਬਹਿਸ ਵਾਲਾ ਹਿਸਾਬ ਬਣ ਜਾਂਦਾ ਵੀ ਬਸ ਇੱਕ ਬੋਲੀ ਜਾਓ, ਜਾਂ ਫਿਰ ਉਹ ਮਤਲਬ ਬੇਮਤਲਬੀ ਗੱਲ। ਹਾਂਜੀ, ਬਸ ਉਹ ਆਪਣੀ ਫਰਸਟ੍ਰੇਸ਼ਨ ਕੱਢ ਕੇ ਅਗਲੇ ਨੂੰ ਸੁਣਾ ਦੇਣੀ ਹੈਗੀ, ਉਸ ਤੋਂ ਬਾਅਦ ਮਤਲਬ ਦੂਸਰੇ ਦਾ ਪੱਖ ਸੁਣਨਾ ਹੀ ਨਹੀਂ ਹੈਗਾ। ਤਾਂ ਇਹ ਬੋਲਚਾਲ ਦੇ ਵਿੱਚ ਦੋਨਾਂ ਧਿਰਾਂ ਦੇ ਪੱਖ ਨੂੰ ਵਾਚਿਆ ਜਾਣਾ ਬਹੁਤ ਜ਼ਰੂਰੀ ਹੈ। ਦੋਨਾਂ ਨੇ ਆਪਣਾ ਪੱਖ ਰੱਖਣਾ ਬਹੁਤ ਜ਼ਰੂਰੀ ਹੈਗਾ, ਤਾਂ ਤਦ ਹੀ ਜਾ ਕੇ ਕੋਈ ਗੱਲ ਸਿਰੇ ਲੱਗ ਸਕਦੀ ਹੈਗੀ ਹੈ। ਚਾਹੇ ਆਪਣੀ ਰੋਜ਼ਮਰਜ਼ਾ ਦੀ ਜ਼ਿੰਦਗੀ ਦੇਖ ਲਓ, ਹੁਣ ਬੱਚੇ ਆ ਤਾਂ ਕਈ ਵਾਰੀ ਆਪਾਂ ਆਵਾਜ਼ ਮਾਰਦੇ ਰਹਿੰਦੇ ਹਾਂ ਜਾਂ ਉਹਨਾਂ ਨਾਲ ਗੱਲ ਕਰਦੇ ਹੈਗੇ, ਬਟ ਉਹ ਆਪਾਂ ਨੂੰ ਕਈ ਵਾਰੀ ਅਣਗੌਲਿਆ ਕਰਦੇ ਨੇ, ਅਣਸੁਣਿਆ ਕਰਦੇ ਹੈ ਨਾ, ਕਿਉਂਕਿ ਉਹਨਾਂ ਦੀ ਸੁਰਤੀ ਬਿਰਤੀ ਕਿਤੇ ਕਿਸੇ ਹੋਰ ਰੁਝੇਵੇਂ ਵਿੱਚ ਹੁੰਦੀ ਹੈਗੀ ਆ। ਔਰ ਇਸੇ ਤਰੀਕੇ ਦੇ ਨਾਲ ਕੀ ਹੁੰਦਾ ਹੈਗਾ, ਬਹੁਤ ਸਾਰੇ ਜਿਵੇਂ ਆਪਾਂ ਹੁਣ ਬੀਇੰਗ ਅ ਟੀਚਰ, ਆਪਾਂ ਵੀ ਸਟੂਡੈਂਟਸ ਨੂੰ ਕਹਿੰਦੇ ਆ ਵੀ ਤੁਸੀਂ ਸੁਣਿਆ ਨਹੀਂ ਕਲਾਸ 'ਚ ਮੈਂ ਕੀ ਕਿਹਾ ਸੀਗਾ, ਤੁਹਾਡਾ ਧਿਆਨ ਉਦੋਂ ਕਿੱਥੇ ਸੀਗਾ। ਇਹ ਚੀਜ਼ਾਂ ਜਿਹੜੀਆਂ ਨੇ ਇਹ ਸਭ ਚੀਜ਼ਾਂ ਹਰ ਜਗ੍ਹਾ ਹੀ ਹੈ, ਚਾਹੇ ਉਹ ਪਰਿਵਾਰ ਨੇ, ਚਾਹੇ ਖਾਸ ਕਰਕੇ ਜਿਵੇਂ ਕਹਿੰਦੇ ਹੁੰਦੇ ਆ ਆਪਣੀਆਂ ਮਾਵਾਂ ਵੀ ਆਪਾਂ ਨੂੰ ਇਹ ਨਸੀਹਤ ਦਿੰਦੀਆਂ ਸੀਗੀਆਂ ਵੀ ਉਹ ਅਗਲੇ ਘਰੇ ਜਾ ਕੇ ਅਗਲੇ ਦੀ ਗੱਲ ਨੂੰ ਸੁਣਨਾ ਤੇ ਉਹਨੂੰ ਸਮਝਣਾ ਵੀ ਹੈ, ਉਹਨੂੰ ਇੱਕ ਕੰਨ 'ਚ ਪਾ ਕੇ ਦੂਸਰੇ 'ਚ ਕੱਢਣਾ ਨਹੀਂ ਹੈਗਾ ਗਾ। ਮਤਲਬ ਇਹ ਵੀ ਕਿਹਾ ਜਾਂਦਾ ਸੀ ਵੀ ਜਿਹੜੀ ਗੱਲ ਤੁਹਾਡੇ ਕੰਮ ਦੀ ਨਹੀਂ ਹੈਗੀ ਕਿ ਉਹਨੂੰ ਇੱਕ ਕੰਨ 'ਚ ਪਾ ਕੇ ਦੂਜੇ 'ਚ ਕੱਢ ਦਿਓ, ਪਰ ਜਿਹੜੀ ਕੰਮ ਦੀ ਹੈ ਉਹਨੂੰ ਇੱਕ ਕੰਨ 'ਚ ਪਾ ਕੇ ਦੂਜੇ 'ਚ ਬੰਦ ਕਰਕੇ ਆਪਣੇ ਦਿਮਾਗ 'ਚ ਰੱਖੋ। ਤੇ ਇਹ ਸੱਚਮੁੱਚ ਹੀ ਬੜਾ ਸੋਹਣਾ ਅੰਦਾਜ਼ ਹੈਗਾ ਬੋਲਣ ਦਾ, ਸੁਣਨ ਦਾ, ਫਿਰ ਉਸਨੂੰ ਆਪਣੇ ਆਪ ਨੂੰ ਬਿਆਨ ਕਰਨ ਦਾ ਵੀ। ਤੇ ਇਹ ਖੂਬਸੂਰਤ ਸਾਨੂੰ ਮਤਲਬ ਕੁਦਰਤ ਨੇ, ਅਸੀਂ ਜਦੋਂ ਕਹਿੰਦੇ ਆਦਿ ਮਾਨਵ ਸੀਗਾ ਉਹ ਬੋਲਦਾ ਤਾਂ ਉਦੋਂ ਵੀ ਸੀ
ਉਹਨਾਂ ਦੇ ਵੀ ਹਨਾ ਹਾਂਜੀ। ਅੱਜ ਵੀ ਉਹ ਸਿੰਧੂ ਘਾਟੀ ਦੀ ਸੱਭਿਅਤਾ ਹੈ ਜਿਹੜੀ। ਜਿਸ ਨੂੰ ਕੋਈ ਪੜ੍ਹ ਨਹੀਂ ਸਮਝ ਨਹੀਂ ਸਕਿਆ, ਬਟ ਉਹਨਾਂ ਲੋਕਾਂ ਨੇ ਆਪਣੇ ਭਾਵਾਂ ਨੂੰ ਤਾਂ ਪ੍ਰਗਟ ਹਾਂਜੀ। ਕੀਤਾ ਹੋਇਆ ਸੀਗਾ। ਜਜ਼ਬਾਤ ਤੇ ਵਿਚਾਰ ਤਾਂ ਪ੍ਰਗਟ ਮਤਲਬ ਬੋਲ ਕੇ ਨਹੀਂ ਤਾਂ ਕਿਸੇ ਹੋਰ ਢੰਗ ਨਾਲ, ਪਰ ਆਪਾਂ ਸ਼ੁਰੂ ਤੋਂ ਹੀ ਜੇਕਰ ਮਨੁੱਖੀ ਸਭਿਅਤਾ ਦਾ ਆਪਾਂ ਇਤਿਹਾਸ ਵੇਖਦੇ ਆ ਤਾਂ ਉਹ ਮਤਲਬ ਇੱਕ ਦੂਜੇ ਨੂੰ ਜਜ਼ਬਾਤ ਭਾਵਨਾਵਾਂ ਪ੍ਰਗਟਾਉਣ ਦਾ ਕੋਈ ਨਾ ਕੋਈ ਸੰਚਾਰ ਦਾ ਮਾਧਿਅਮ ਤਾਂ ਰਿਹਾ ਹੀ ਹੈ। ਬਿਲਕੁਲ, ਜਦੋਂ ਖੁਦਾਈਆਂ ਹੋਈਆਂ ਨੇ ਵਿੱਚੋਂ ਜਿਹੜੇ ਸਕਲਪਚਰਸ ਨਿਕਲੇ ਹੈਗੇ ਆ ਜਾਂ ਮੂਰਤੀਆਂ ਜਿਹਨੂੰ ਆਪਾਂ ਡਾਂਸਿੰਗ ਗਰਲ ਹੈ ਜਾਂ ਇੱਕ ਬੁੱਤ ਬਣਿਆ ਹੋਇਆ ਹੈਗਾ, ਤਾਂ ਉੱਥੋਂ ਬਹੁਤ ਵਿਕਸਿਤ ਸੱਭਿਅਤਾ ਸੀਗੀ ਉਹ। ਔਰ ਉਹਨਾਂ ਦੀ ਬਕਾਇਦਾ ਉਹਨਾਂ ਦੀ ਇੱਕ ਜਿਹੜੀ ਸੀਗੀ ਉਹਨਾਂ ਦੀ ਲੈਂਗੁਏਜ ਦੀ ਬਕਾਇਦਾ ਲਿਪੀ ਆਪਣੀ ਹੈਗੀ ਸੀ, ਜਿਸ ਨੂੰ ਅੱਜ ਤੱਕ ਕੋਈ ਇਸ ਦਾ ਉਸ ਦਾ ਮਤਲਬ ਅਗਰ ਉਹ ਲਿਪੀ ਦਾ ਭੇਤ ਖੁੱਲ ਜਾਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣ। ਡੀਕੋਡ ਹੀ ਨਹੀਂ ਹੋਈ ਉਹ ਭਾਸ਼ਾ, ਅਜੇ ਤੱਕ ਸਮਝ ਨਹੀਂ ਆਈ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜੋ ਸਾਡੇ ਮਨ ਦੇ ਭਾਵ ਨੇ, ਅਗਰ ਕੋਈ ਤੁਹਾਨੂੰ ਗਲਤਫਹਿਮੀ ਹੋ ਗਈ ਹੈ ਕਿਸੇ ਨਾਲ, ਚਾਹੇ ਉਹ ਦੋਸਤ ਹੈ, ਚਾਹੇ ਕਲੀਗ ਹੈ, ਚਾਹੇ ਕੋਈ ਵੀ ਰਿਸ਼ਤਾ ਹੈਗਾ, ਚਾਹੇ ਪਰਿਵਾਰ ਦੇ ਵਿੱਚ ਤੁਹਾਡੇ ਹਸਬੈਂਡ ਨੇ, ਚਾਹੇ ਤੁਹਾਡੇ ਇਨ-ਲॉज ਨੇ, ਕੋਈ ਵੀ ਹੈਗਾ, ਤਾਂ ਉਸ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਬੋਲਦੇ ਆ ਨਾ ਤੇ ਗਲਤਫਹਿਮੀ ਦੀ ਗੁੰਜਾਇਸ਼ ਖਤਮ ਹੋ ਜਾਂਦੀ ਹੈ। ਔਰ ਪਲੱਸ ਬੋਲਣ ਦਾ ਇੱਕ ਸਭ ਤੋਂ ਵੱਡਾ ਫਾਇਦਾ ਜਿਹੜਾ ਹੈ ਕਿ ਆਪਾਂ ਨਵੇਂ ਰਿਸ਼ਤੇ ਤਾਂ ਬਣਦੇ ਹੀ ਹੈ। ਕਿਉਂਕਿ ਹੁਣ ਵੇਖੋ, ਜੇਕਰ ਆਪਾਂ ਕਿਸੇ ਗਰੁੱਪ ਚ ਕਿਸੇ ਅਣਜਾਣ ਜਗ੍ਹਾ ਤੇ ਆ, ਜੇਕਰ ਆਪਾਂ ਉੱਥੇ ਕਿਸੇ ਨਾਲ ਇੱਕ ਸਮਾਈਲ ਕਰਕੇ ਉਸ ਤੋਂ ਬਾਅਦ ਥੋੜਾ ਜਿਹਾ ਆਪਸ ਚ ਕਮਿਊਨੀਕੇਟ ਕਰ ਲਾਂਗੇ ਤਾਂ ਇੱਕ ਸਾਂਝ ਪੈਦਾ ਹੋ ਜੂਗੀ, ਹੈ ਨਾ। ਉਹ ਸਫ਼ਰ ਸੌਖਾ ਲੱਗ ਜਾਂਦਾ ਹੁੰਦਾ। ਤੇ ਇਸ ਦੇ ਨਾਲ ਹੀ ਆਪਾਂ ਜੇ ਪੁਰਾਣਿਆਂ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਨਾ ਹੈ ਤਾਂ ਵੀ ਬੋਲਣਾ ਜ਼ਰੂਰੀ ਹੈ। ਕਿਉਂਕਿ ਬੋਲਾਂਗੇ ਤਾਂ ਜੇ ਕੋਈ ਨਾਰਾਜ਼ਗੀ ਹੈ ਤਾਂ ਉਹ ਤਾਂ ਦੂਰ ਹੋਊਗੀ। ਪਰ ਕਈ ਵਾਰੀ ਕੁਝ ਇਹੋ ਜਿਹੇ ਮਤਲਬ ਆਪਸੀ ਸਾਂਝ ਜਾਂ ਗੂੜ ਬਣ ਜਾਂਦਾ ਹੈ ਕਿ ਉਹ ਰਿਸ਼ਤਾ ਤਾਂ ਉਮਰ ਵਾਸਤੇ ਹੋਰ ਗੂੜਾ ਹੋ ਜਾਂਦਾ ਹੈ। ਏਦਾਂ ਨਾ ਇੱਕ ਯੂਰਪ ਚ ਮੈਂ ਪੜ੍ਹ ਰਹੀ ਸੀ, ਯੂਰਪ ਚ ਇੱਕ ਦੇਸ਼ ਹੈ ਲਾਤਵੀਆ। ਉੱਥੋਂ ਦਾ ਜਿਹੜਾ ਸਿਸਟਮ ਹੈ ਉਦਾਂ ਕਿ ਜਿਹੜੇ ਉੱਥੋਂ ਦੇ ਲੋਕ ਹੈ, ਜਿਹੜੇ ਉੱਥੋਂ ਦੇ ਵਸਨੀਕ ਨੇ, ਉਹ ਬੋਲਦੇ ਨਹੀਂਗੇ, ਬਹੁਤ ਘੱਟ ਬੋਲਦੇ ਆ। ਤੇ ਜਦੋਂ ਉੱਥੋਂ ਦੇ ਮਨੋਵਿਗਿਆਨੀਆਂ ਨੇ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਜਿਹੜੇ ਇਹ ਇੱਥੋਂ ਦੇ ਵਸਨੀਕ ਹੈ ਨਾ, ਉਹ ਬੜੇ ਇੰਟੈਲੈਕਚੁਅਲ ਹੈ। ਉਹਨਾਂ ਵਿੱਚ ਕਲਾ ਲਈ, ਮਿਊਜ਼ਿਕ ਲਈ, ਜਿਹੜੀਆਂ ਕ੍ਰੀਏਟਿਵ ਆਪਾਂ ਕਹਿ ਸਕਦੇ ਹਾਂ, ਜਿਹੜੇ ਕ੍ਰੀਏਟਿਵ ਕੰਮ ਹੈ, ਉਹ ਉਸ ਚੀਜ਼ 'ਚ ਇੰਨੇ ਖੁੱਬੇ ਰਹਿੰਦੇ ਆ ਕਿ ਉਹਨਾਂ ਨੂੰ ਇੱਕ ਦੂਜੇ ਨਾਲ ਬੋਲਣ ਦੀ ਲੋੜ ਨਹੀਂ ਮਹਿਸੂਸ ਹੁੰਦੀ। ਉਹਨਾਂ ਦਾ ਜਿਹੜਾ ਦਿਮਾਗ ਹੈ ਨਵੇਂ-ਨਵੇਂ ਖਿਆਲ ਪੈਦਾ ਕਰਦਾ ਰਹਿੰਦਾ ਹੈ। ਤਾਂ ਕਿਤੇ ਨਾ ਕਿਤੇ ਇੱਥੋਂ ਤੱਕ ਕਿ ਉਹ ਲੋਕ ਸੜਕ ਤੇ ਖੁੱਲ੍ਹੇਆਮ ਇੱਕ ਦੂਜੇ ਨੂੰ ਆਮਣੇ ਸਾਹਮਣੇ ਆਉਣ ਤੋਂ ਕਤਰਾਉਂਦੇ ਆ ਤੇ ਛੋਟੀਆਂ ਗੱਲਾਂ ਦਾ ਵਰਤੋਂ ਕਰਦੇ ਆ ਵੀ ਕਿਤੇ ਇੱਕ ਦੂਜੇ ਨੂੰ ਫੇਸ ਨਾ ਕਰਨਾ ਪਵੇ, ਬੋਲਣਾ ਨਾ ਪੈ ਜੇ। ਤਾਂ ਇਹ ਉਹਨਾਂ ਦਾ ਇੱਕ ਠੀਕ ਹੈ ਰਹਿਣ ਦਾ ਵੱਖਰਾ ਢੰਗ ਹੈ, ਉਹਨਾਂ ਦਾ ਆਪਦੀ ਇੱਕ ਲੋਕੈਲਿਟੀ ਹੈ, ਕਮਿਊਨਿਟੀ ਹੈ। ਇਹ ਹੋ ਸਕਦਾ ਉਹਨਾਂ ਦੀ ਖਾਸੀਅਤ ਹੈ। ਜੇ ਹੁਣ ਆਪਾਂ ਉਸ ਦੇਸ਼ ਬਾਰੇ ਗੱਲ ਕਰ ਰਹੇ ਹਾਂ ਤਾਂ ਨਾ ਬੋਲਣਾ ਉਹਨਾਂ ਦੀ ਖਾਸੀਅਤ ਹੈ। ਪਰ ਇਹਦੇ ਚ ਕਿਤੇ ਨਾ ਕਿਤੇ ਹੁਣ ਜੇ ਚੁੱਪ ਦੇ ਮਾਇਨੇ ਵੀ ਬੜੇ ਗੂੜੇ ਹੋ ਜਾਂਦੇ ਆ ਕਿ ਇੱਕ ਕਹਿੰਦੇ ਹੁੰਦੇ ਨਾ, ਇੱਕ ਚੁੱਪ 100 ਸੁੱਖ। ਤੇ ਯਾਨੀ ਬੋਲੋ, ਪਰ ਕਿਤੇ ਨਾ ਕਿਤੇ ਜੇ ਕਿਤੇ ਕਹਿੰਦੇ ਆ ਵੀ ਚੁੱਪ ਜਿਹੜਾ ਹੈ ਉਹ ਸਭ ਤੋਂ ਵੱਡਾ ਮਤਲਬ ਮਰਮ ਬਣ ਜਾਂਦੀ ਹੈ। ਜਿੱਥੇ ਜੇ ਤੁਸੀਂ ਬੋਲ ਕੇ ਲੜਾਈ ਵੱਧਦੀ ਹੈ ਤਾਂ ਉਸ ਨਾਲੋਂ ਬੈਟਰ ਹੈ ਕਿ ਚੁੱਪ ਰਹਿ ਜਾਓ। ਹਾਂਜੀ, ਬਿਲਕੁਲ ਸੁਖਦੇਵ ਜੀ, ਬਿਲਕੁਲ ਇਹ ਗੱਲ ਸਹੀ ਹੈ ਤੁਹਾਡੀ। ਦੇਖੋ, ਜਿੱਥੇ ਬੋਲਣਾ ਜ਼ਰੂਰੀ ਹੈ ਉੱਥੇ ਕਈ ਵਾਰੀ ਚੁੱਪ ਬਹੁਤ ਵੱਡਾ ਕੰਮ ਕਰ ਜਾਂਦੀ ਹੈਗੀ ਹੈ ਨਾ। ਬਹੁਤ ਤੁਹਾਡੀ ਲਾਈਫ ਦਾ ਟਰਨਿੰਗ ਪੁਆਇੰਟ ਕਈ ਵਾਰੀ ਤੁਸੀਂ ਉਸ ਚੀਜ਼ ਨੂੰ ਚੇਂਜ ਕਰ ਲੈਂਦੇ ਹੋ ਸਿਰਫ ਚੁੱਪ ਕਰਕੇ। ਉਹ ਡਿਸੀਜ਼ਨ ਤੁਹਾਨੂੰ ਕਈ ਵਾਰੀ ਤੁਸੀਂ ਚਾਹੇ ਗੁੱਸੇ 'ਚ ਚੁੱਪ ਹੋ ਜਾਓ, ਚਾਹੇ ਤੁਸੀਂ ਵੈਸੇ ਉਸ ਸਿਚੁਏਸ਼ਨ ਨੂੰ ਸੰਭਾਲ ਕੇ ਚੁੱਪ ਹੋ ਜਾਓ। ਤਾਂ ਮਤਲਬ ਉਹੀ ਗੱਲ ਆ ਗਈ ਵੀ ਬੋਲਣਾ ਜਿੰਨਾ ਜ਼ਰੂਰੀ ਹੈ ਉੱਥੇ ਚੁੱਪ ਵੀ ਬਹੁਤ ਜ਼ਰੂਰੀ ਹੈ। ਪਰ ਇਹ ਸਾਨੂੰ ਸਮਝਣਾ ਪੈਣਾ ਹੈ। ਹੁਣ ਕਈ ਵਾਰੀ ਕੀ ਹੁੰਦਾ, ਇਹੋ ਜਿਹਾ ਮੌਕਾ ਹੁੰਦਾ ਜਿੱਥੇ ਅਸੀਂ ਸਟੈਂਡ ਲੈਣਾ ਹੁੰਦਾ, ਜਿੱਥੇ ਅਸੀਂ ਖੜੇ ਹੋਣਾ ਹੈਗਾ, ਬਟ ਅਸੀਂ ਉੱਥੇ ਚੁੱਪ ਹੋ ਗਏ ਤਾਂ ਉਹ ਵੀ ਫਿਰ ਮਾੜੀ ਗੱਲ ਹੋ ਜਾਂਦੀ ਹੈਗੀ ਨਾ। ਚੁੱਪ ਦਾ ਮਤਲਬ ਬਹੁਤੀ ਵਾਰੀ ਇਹ ਸਮਝਿਆ ਜਾਂਦਾ ਹੈਗਾ ਵੀ ਸਹਿਮਤੀ ਹੈ, ਜਾਂ ਸਹਿਣਾ। ਹੁਣ ਜਿਵੇਂ ਘਰੇਲੂ ਹਿੰਸਾ 'ਚ ਆਪਾਂ ਗੱਲ ਕਰ ਲਈਏ, ਹਾਂਜੀ ਬਿਲਕੁਲ, ਵੀ ਆਪਾਂ ਕਹਿੰਦੇ ਕਿ ਚਾਰ ਜਣੇ ਸੀਗੇ, 2 ਜਣਿਆਂ ਦੇ ਵਿੱਚ ਕੋਈ ਮਤਭੇਦ ਹੋ ਗਏ, ਜਿਹੜੇ 2 ਜਣੇ ਸੀਗੇ ਉਹ ਚੁੱਪ ਰਹੇ। ਉਹ ਹੁਣ ਦੋਨਾਂ ਨੇ ਇਹ ਗੱਲ ਹੀ ਸਮਝੀ ਵੀ ਉਹ ਕਹਿੰਦਾ ਇਹ ਮੇਰੀ ਫੇਵਰ 'ਚ, ਉਹ ਕਹਿੰਦਾ ਇਹ ਮੇਰੀ ਫੇਵਰ ਦੇ ਵਿੱਚ ਹੈ। ਜਦੋਂ ਕਿ ਉਹ ਇਹ ਸੋਚ ਰਹੇ ਹੁੰਦੇ ਹੋਣਗੇ, ਜਾਂ ਆਪਾਂ ਇਹ ਸਮਝ ਲਓ ਵੀ ਉਹ ਇਹ ਸੋਚ ਰਹੇ ਹੁੰਦੇ ਹੈਗੇ ਵੀ ਕੀ ਕਰੀ ਜਾਂਦੇ ਆ, ਇਹ ਕਿਉਂ ਕਰੀ ਜਾਂਦੀ। ਇਸ ਕਰਕੇ ਚੁੱਪ ਜਿੱਥੇ ਜ਼ਰੂਰੀ ਉੱਥੇ ਚੁੱਪ ਵੀ ਰਹਿਣਾ ਚਾਹੀਦਾ, ਪਰ ਜਿੱਥੇ ਬੋਲਣਾ ਸਾਡਾ ਫਰਜ਼ ਬਣਦਾ ਬੋਲਣ ਦਾ,
ਉੱਥੇ ਸਾਨੂੰ ਬੋਲਣਾ ਵੀ ਚਾਹੀਦਾ ਹੈ। ਵੀ ਹੁਣ ਘਰ ਜਿਹੜੀ ਘਰੇਲੂ ਔਰਤ, ਜਿਵੇਂ ਆਪਣੇ ਪੰਜਾਬ ਜਾਂ ਇੰਡੀਆ 'ਚ ਖਾਸ ਕਰਕੇ ਆਪਾਂ ਘਰੇਲੂ ਹਿੰਸਾ ਦੇ ਕਿੰਨੀਆਂ ਘਟਨਾਵਾਂ ਸੁਣਦੇ ਹਾਂ ਹਨਾ, ਤੇ ਜੇਕਰ ਉਹ ਔਰਤ ਨਾ ਬੋਲੇਗੀ, ਚੁੱਪਚਾਪ ਸਹੇਗੀ, ਤਾਂ ਬਹੁਤ ਸਾਰੇ ਕੇਸ ਹੁੰਦੇ ਆ, ਕਿਤੇ ਅੰਦਰੇ ਅੰਦਰੇ ਕੁੱਟ ਕੇ ਸੁਸਾਈਡ ਵੀ ਹੋ ਜਾਂਦੀ ਹੈ, ਮਰਡਰ ਵੀ ਹੋ ਜਾਂਦੇ ਆ। ਤਾਂ ਇਹਨਾਂ ਮੌਕਿਆਂ ਤੇ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਬੋਲਣਾ ਚਾਹੀਦਾ ਹੈ, ਕਿਉਂਕਿ ਜੇਕਰ ਅਜਿਹੀ ਔਰਤ ਦੀ ਧੀ ਉਸ ਦਾ ਹੁੰਦੇ ਜ਼ੁਲਮ ਬਰਦਾਸ਼ਤ ਕਰਦੀ ਮਾਂ ਨੂੰ ਵੇਖਦੀ ਹੈ, ਤਾਂ ਕਿਤੇ ਨਾ ਕਿਤੇ ਇੱਕ ਤਾਂ ਉਹਦੀ ਜਿਹੜੀ ਬੇਟੀ, ਉਹਨੂੰ ਵਿਆਹ ਵਰਗੀ ਜਿਹੜੀ ਸੰਸਥਾ, ਸਾਡੀ ਸਮਾਜਿਕ ਸੰਸਥਾ, ਉਹਦੇ ਤੋਂ ਡਰ ਲੱਗੇਗਾ। ਦੂਜਾ, ਉਹਦੇ ਦਿਮਾਗ 'ਚ ਕਿਤੇ ਨਾ ਕਿਤੇ ਇਹ ਗੱਲ ਬੈਠ ਜਾਏਗੀ ਕਿ ਮਤਲਬ ਇਹ ਚੀਜ਼ਾਂ ਸਹਿਣੀਆਂ, ਉਸ ਦੇ ਦਿਮਾਗ 'ਚ ਇਹ ਚੀਜ਼ ਪਰਮਾਨੈਂਟ ਘਰ ਕਰ ਜਾਏਗੀ ਵੀ ਨਹੀਂ, ਵੀ ਮੈਂ ਵੀ ਔਰਤ ਹਾਂ, ਕੱਲ ਨੂੰ ਮੇਰਾ ਵਿਆਹ ਹੋਣਾ ਤਾਂ ਮੈਂ ਵੀ ਐ ਮਾਂ ਆਪਦੀ ਮਾਂ ਵਾਂਗੂ ਸਹਿਣਾ, ਜਦ ਕਿ ਗਲਤ ਮਿਸਾਲ ਬਣ ਜੂਗੀ। ਤਾਂ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਲਈ ਬੋਲੋ। ਜਿਵੇਂ ਹੁਣ ਆਪਣੇ ਜਿੰਨੀਆਂ ਵੀ ਜੇ ਆਪਾਂ ਵੇਖੀਏ ਸਮਾਜ 'ਚ ਬਦਲਾਅ ਹੋਏ ਆ, ਠੀਕ ਹੈ, ਉਹ ਬਦਲਾਅ ਹੋਏ ਆ ਜਿਹੜੇ ਵਿਅਕਤੀ ਬੋਲ ਕੇ ਅੱਗੇ ਆਏ ਆ। ਜਿਵੇਂ ਹੁਣ ਆਪਾਂ ਜਦੋਂ ਪੜ੍ਹਦੇ ਆ ਪੰਜਾਬੀ ਸਾਹਿਤ, ਤਾਂ ਕਹਿੰਦੇ ਨਾ, ਮਨਸੂਰ ਉਹ ਬੰਦਾ ਸੀ ਜਿਹਨੇ ਕਿਹਾ ਸੀ ਮੈਂ ਬ੍ਰਹਮ ਹਾਂ। ਤਾਂ ਜਦੋਂ ਉਹਨੇ ਇਹ ਬਿਆਨ ਦਿੱਤਾ ਸੀ ਤਾਂ ਉਸ ਵੇਲੇ ਦੇ ਜਿਹੜੇ ਮੌਲਾਨਾ ਸੀ ਉਹਨਾਂ ਨੇ ਉਹਨੂੰ ਸੂਲੀ ਟੰਗਤਾ ਸੀ, ਕਿਉਂਕਿ ਉਹਨੇ ਸਿਸਟਮ ਦੇ ਖਿਲਾਫ ਇੱਕ ਗੱਲ ਕਹੀ, ਪਰ ਉਹਨੇ ਗੱਲ ਤਾਂ ਸੱਚ ਕਹੀ। ਉਸ ਤੋਂ ਬਾਅਦ ਜਦੋਂ ਗੈਲੀਲੀਓ ਨੇ ਦੱਸਿਆ ਸੀ ਕਿ ਉਦੋਂ ਜਿਹੜਾ ਪਾਦਰੀ ਸਿਸਟਮ ਸੀ ਜਾਂ ਜਿਹੜਾ ਚਰਚ ਦਾ ਸਿਸਟਮ ਸੀ, ਉਹ ਕਹਿੰਦੇ ਸੀ ਜਿਹੜੀ ਸਾਰਾ ਜਿਹੜਾ ਸਪੇਸ ਦਾ ਜਿਹੜਾ ਧੁਰਾ ਹੈ ਇਹ ਧਰਤੀ ਹੈ, ਪਰ ਗੈਲੀਲੀਓ ਨੇ ਆਪਦੀ ਖੋਜ ਨਾਲ ਇਹ ਸਿੱਧ ਕੀਤਾ ਕਿ ਜਿਹੜਾ ਆ ਸਾਰਾ ਬ੍ਰਹਿਮੰਡ ਹੈ ਇਹਦਾ ਧੁਰਾ ਸੂਰਜ ਹੈ। ਤਾਂ ਉਹਨੇ ਸੱਚ ਕਿਹਾ, ਪਰ ਉਸ ਸਿਸਟਮ ਨੂੰ ਇਹ ਬਰਦਾਸ਼ਤ ਨਹੀਂ ਸੀ, ਤਾਂ ਗੈਲੀਲੀਓ ਨੂੰ ਵੀ ਮਤਲਬ ਜੇਲ੍ਹ 'ਚ ਡੱਕ ਦਿੱਤਾ ਗਿਆ ਸੀ। ਇਸੇ ਤਰ੍ਹਾਂ ਜੇ ਭਗਤ ਸਿੰਘ ਦੀ ਗੱਲ ਕਰ ਲਈਏ, ਜੇ ਭਗਤ ਸਿੰਘ ਨਾ ਬੋਲਦਾ ਹਨਾ, ਅੰਗਰੇਜ਼ਾਂ ਦੇ ਕੰਨਾਂ ਦੇ ਪਰਦੇ, ਚਾਹੇ ਉਹਨੇ ਬੰਬ, ਉਹ ਤਾਂ ਇੱਕ ਬਹਾਨਾ ਸੀ, ਉਹਨੇ ਤਾਂ ਸੁਣਾਉਣਾ ਸੀ, ਆਵਾਮ ਨੂੰ ਸੁਣਾਉਣਾ ਸੀ, ਉਹਨੇ ਲੋਕਾਈ ਦੇ ਵਿੱਚ ਇੱਕ ਜਜ਼ਬਾ ਪੈਦਾ ਕਰਨਾ ਸੀ ਵੀ ਤੁਸੀਂ ਗੁਲਾਮ ਹੋ, ਤੇ ਇਸ ਗੁਲਾਮੀ ਨੂੰ ਤੋੜਨ ਲਈ ਉੱਠੋ, ਬੋਲੋ ਤੇ ਆਪਦੇ ਆਵਾਜ਼ ਨੂੰ ਬੁਲੰਦ ਉਠਾਓ। ਬਿਲਕੁਲ ਬਿਲਕੁਲ ਸੁਖਦੀਪ ਮੈਮ, ਮੈਂ ਕਹਿੰਦੀ ਹੁੰਦੀ ਹਾਂ ਸਭ ਤੋਂ ਵੱਡੇ ਮੈਨੂੰ ਜੋ ਮੈਂ ਮਹਿਸੂਸ ਕਰਦੀ ਹਾਂ, ਆਪਣੀ ਸਿੱਖਾਂ ਦੇ ਪਹਿਲੇ ਗੁਰੂ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਬਹੁਤ ਵੱਡੇ ਕ੍ਰਾਂਤੀਕਾਰੀ ਸੀ ਜੀ। ਬਹੁਤ ਛੋਟੀ ਉਮਰ ਦੇ ਵਿੱਚ ਜਦੋਂ ਪਾਂਧਾ ਆਇਆ ਕਿ ਜਨੇਊ ਦੀ ਰਸਮ ਕਰਨੀ ਹੈ, ਤਾਂ ਉਹ ਕਹਿੰਦੇ ਵੀ ਜੇ ਤੇਰੇ ਕੋਲੇ ਹੱਕ ਸੱਚ ਦਾ ਜਨੇਊ ਹੈ ਤੇ ਮੇਰੇ ਪਾ ਦੇ। ਉਹ ਮਾਂ-ਬਾਪ ਨੇ ਤਾਂ ਇਕੱਠ ਕੀਤਾ ਹੋਇਆ ਸੀਗਾ ਸਾਰਾ, ਮਤਲਬ ਪੂਰਾ, ਕਿਉਂਕਿ ਬਹੁਤ ਮੰਨੇ ਤੰਨੇ ਘਰ ਦੇ ਬੱਚੇ ਸੀਗੇ, ਤਾਂ ਸਾਰਿਆਂ ਨੂੰ ਬੁਲਾਇਆ ਹੋਇਆ ਸੀਗਾ। ਤਾਂ ਉੱਥੇ ਉਹ ਛੋਟੀ ਜਿਹੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਇੱਕ ਰੈਵੋਲੂਸ਼ਨ ਕ੍ਰੀਏਟ ਕਰਦੇ ਨੇ ਕਿ ਵੀ ਮਤਲਬ ਜੇ ਤੇਰੇ ਕੋਲੇ, ਜੇ ਤੂੰ ਇਹ ਜਨੇਊ, ਇਹ ਧਾਗਾ ਹੱਕ ਸੱਚ ਦਾ ਹੈ, ਸੱਚਾ ਹੈ, ਤਾਂ ਮੇਰੇ ਪਾ ਦੇ, ਮੈਂ ਪਾ ਲੈਣਾ, ਅਦਰਵਾਈਜ਼ ਮੈਂ ਨਹੀਂ ਪਾਉਣਾ। ਜਦੋਂ ਕਿ ਇਸ ਤੋਂ ਪਹਿਲਾਂ ਉਹਨਾਂ ਆਹੀ ਕੁਛ ਹੀ ਹੁੰਦਾ ਆਇਆ ਸੀਗਾ। ਤਾਂ ਉਹ ਕਹਿੰਦਾ ਵੀ, ਪੰਡਿਤ ਕਹਿੰਦਾ ਵੀ ਮੇਰੇ ਕੋਲੇ ਤਾਂ ਹੈ ਨਹੀਂਗਾ ਇਹ ਇਦਾਂ ਦਾ ਹੱਕ ਸੱਚ ਦਾ। ਆਪਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਇਹ ਹੱਕ ਦਿੱਤਾ ਬੋਲਣ ਦਾ, ਵੀ ਜੋ ਚੀਜ਼ ਇਹ ਨਹੀਂ ਸੋਚਣਾ ਕਿ ਸਾਡੇ ਵੱਡੇ ਵਡੇਰੇ ਇਹ ਕਰ ਰਹੇ ਆ ਤਾਂ ਅਸੀਂ ਮਤਲਬ ਇਸ ਨੂੰ ਅੱਖਾਂ ਬੰਦ ਕਰਕੇ ਹੀ ਇਹ ਚੀਜ਼ ਨੂੰ ਫੋਲੋ ਕਰਨਾ ਹੈ। ਉਹਨਾਂ ਨੇ ਤਰਕ ਸਿਖਾਇਆ ਸਾਨੂੰ, ਉਹਨਾਂ ਨੇ ਰੀਜ਼ਨਿੰਗ ਦਿੱਤੀ, ਠੀਕ ਹੈ, ਔਰ ਉਹਨਾਂ ਨੇ ਘੁੰਮ ਕੇ ਲੋਕਾਂ ਨੂੰ ਇਹ ਦੱਸਿਆ, ਉਦਾਸੀਆਂ ਕੀਤੀਆਂ, ਟਰੈਵਲਿੰਗ ਕੀਤੀ, ਵਰਲਡ ਵਾਈਡ ਘੁੰਮੇ, ਤੁਰ ਕੇ ਬਾਬੇ ਨਾਨਕ ਨੇ ਜਗ ਗਾਇਆ, ਤੇ ਫਿਰ ਬੋਲ ਕੇ ਹੀ ਲੋਕਾਂ ਨੂੰ ਦੱਸਿਆ, ਬੋਲ ਕੇ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਨਹੀਂ ਬਈ ਇਹ ਤੁਹਾਡਾ ਫਾਇਦਾ ਉਠਾ ਰਹੇ ਨੇ, ਤੁਹਾਨੂੰ ਐਕਸਪਲੋਇਟ ਕਰ ਰਹੇ ਨੇ, ਤੁਹਾਡਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਆਹ ਸੱਚ ਹੈ, ਆਹ ਝੂਠ ਹੈ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਡਰਨ ਦੀ ਲੋੜ ਨਹੀਂ ਹੈ ਤੁਹਾਨੂੰ। ਜਿਹੜਾ ਇਹਦਾ ਅੱਲਾ ਉਹ ਆਪਣਾ ਵੀ ਅੱਲਾ ਹੀ ਹੈ, ਜਿਹੜਾ ਇਹਦਾ ਰਾਮ ਹੈ ਉਹ ਆਪਣਾ ਵੀ ਰਾਮ ਹੀ ਹੈ, ਜਿਹੜਾ ਇਹਦਾ ਵਾਹਿਗੁਰੂ ਹੈ ਉਹ ਆਪਣਾ ਵੀ ਵਾਹਿਗੁਰੂ। ਆਪਾਂ ਸਾਰੇ ਇੱਕ ਕਾਇਨਾਤ ਦੇ ਬਸ਼ਿੰਦੇ ਹਾਂ, ਆਪਾਂ ਸਾਰੇ ਯੂਨੀਵਰਸ ਦੇ ਵਿੱਚ ਇੱਕ ਹਾਂ। ਇਹ ਜਿਹੜਾ ਮੂਲ ਮੰਤਰ ਦਾ ਕਨਸੈਪਟ ਹੈ ਉਹ ਉਹਨਾਂ ਨੇ ਵੇਈ ਨਦੀ ਵਿੱਚ ਜਾ ਕੇ ਜਦੋਂ ਬਾਹਰ ਆਏ ਆ ਤਾਂ ਫਿਰ ਉਹਨਾਂ ਨੇ ਆਪਾਂ ਨੂੰ ਦਿੱਤਾ ਇਹ। ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਣੇ 10 ਗੁਰੂ ਸਾਹਿਬਾਨ ਔਰ ਆਪਣਾ ਸੰਪੂਰਨ ਸਿੱਖ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਉਹ ਬੋਲਦੇ ਨਾ ਹੁੰਦੇ, ਸੰਗਤ ਤੇ ਪੰਗਤ ਕਿੱਥੋਂ ਆਈ ਜੀ, ਹਨਾ। ਉਹ ਸੰਗਤ ਦੇ ਵਿੱਚ ਮਤਲਬ ਸੀ ਵਿਚਾਰ ਚਰਚਾ ਕਰਨੀ, ਦੱਸਣਾ ਕਿ ਵੀ ਆ ਨਹੀਂ, ਆ ਚੀਜ਼ ਐਵੇਂ ਆ। ਫਿਰ ਬਈ ਚਲ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਰਾਜਾ ਨਹੀਂ, ਕੋਈ ਰੰਕ ਨਹੀਂ, ਚਲੋ ਬੈਠੋ ਪ੍ਰਸ਼ਾਦਾ ਛਕੋ। ਤਾਂ ਮਤਲਬ ਇਹ ਸਾਡੇ ਤਾਂ ਖੂਨ ਦੇ ਵਿੱਚ ਹੀ ਹੈ, ਸਾਡੇ ਇਸ ਜਿਹੜੀ ਚੀਜ਼ ਹੈ ਇਹ ਮਤਲਬ ਕਿ ਜੋ ਚੀਜ਼ ਪ੍ਰਚਲਿਤ, ਚਾਹੇ ਉਹ ਗਲਤ ਧਾਰਨਾ ਬਣੀ ਹੋਈ ਹੈ, ਉਹ ਸਾਨੂੰ ਕਹਿਣੀ ਚਾਹੀਦੀ, ਚਾਹੇ ਉਹ ਸਾਡੇ ਬਜ਼ੁਰਗ ਨੇ, ਚਾਹੇ ਉਹ ਸਾਡੇ ਕੋਈ ਸੀਨੀਅਰ ਹੈ, ਸਾਨੂੰ ਉਸ ਚੀਜ਼ ਦਾ ਰਿਵਰਟ ਵੀ ਕਰਨਾ ਚਾਹੀਦਾ ਹੈ। ਬਟ
ਜਿੱਥੇ ਕੋਈ ਮਸਲਾ ਇੰਨਾ ਉਲਝ ਜਾਵੇ ਵੀ ਮਤਲਬ ਤੁਹਾਨੂੰ ਲੱਗ ਰਿਹਾ ਤੁਸੀਂ ਉਮਰ ਦੇ ਹਿਸਾਬ 'ਚ ਛੋਟੇ ਹੋ ਬਟ ਕੋਈ ਘਰੇਲੂ ਮਸਲਾ ਹੋ ਗਿਆ, ਉੱਥੇ ਫॉर ਦਾ ਟਾਈਮ ਬੀਇੰਗ ਦੇ ਲਈ ਤੁਸੀਂ ਸਾਇਲੈਂਸ ਹੋ ਸਕਦੇ ਹੋ, ਉਸ ਨੂੰ ਉਸ ਵਿਵਾਦ ਨੂੰ ਥੋੜੀ ਦੇਰ ਦੇ ਲਈ ਅਸੀਂ ਪੌਜ਼ ਦੇ ਸਕਦੇ ਹੈਗੇ ਆ। ਮਤਲਬ ਉਹੀ ਗੱਲ ਹੈ, ਜਿੱਥੇ ਇੰਨੀ ਵੱਡੀ ਕ੍ਰਾਂਤੀ ਦਿੱਤੀ ਉਸੇ ਗੁਰੂ ਜੀ ਨੇ ਕਿਹਾ ਹੈਗਾ ਕਿ ਵੀ ਚੁੱਪ ਨਾਲ ਵੀ ਮਸਲੇ ਹੱਲ ਹੁੰਦੇ ਹੈਗੇ ਆ ਨਾ, ਵੀ ਇੱਕ ਚੁੱਪ ਤੇ 100 ਸੁੱਖ ਹੈ ਨਾ। ਉਸੇ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਚੁੱਪ ਦੀ ਅਹਿਮੀਅਤ ਵੀ ਦੱਸੀ ਹੈਗੀ ਹੈ। ਤਾਂ ਕਈ ਵਾਰੀ ਕੀ ਹੁੰਦਾ ਸੁਖਦੀਪ ਮੈਮ, ਆਪਣੇ ਨਾ ਦਿਮਾਗ ਆਪਣੀ ਪਰਸੈਪਸ਼ਨ ਹੁੰਦੀ ਹੈ, ਆਪਾਂ ਸੋਚ ਲੈਂਦੇ ਆ ਤਾਂ ਉਹ ਫਿਰ ਉਸੇ ਪਰਸੈਪਸ਼ਨ ਦੇ ਨਾਲ ਆਪਾਂ ਅਗਲੇ ਦੇ ਨਾਲ ਉਹ ਬਿਹੇਵ ਕਰਦੇ ਆ ਜਾਂ ਉਹਦੇ ਨਾਲ ਉਵੇਂ ਸੰਵਾਦ ਕਰਦੇ ਹੈਗੇ ਆ। ਅਗਲੇ ਨੂੰ ਇਸ ਚੀਜ਼ ਦਾ ਆਈਡੀਆ ਹੀ ਨਹੀਂ ਹੁੰਦਾ ਹੈਗਾ ਕਿ ਵੀ ਇਹ ਬੰਦਾ ਮੇਰੇ ਬਾਰੇ ਕੀ ਸੋਚ ਰਿਹਾ। ਤਾਂ ਬਹੁਤ ਸਾਰੀਆਂ ਚੀਜ਼ਾਂ ਪਰਸੈਪਸ਼ਨ ਦੀ ਵਜ੍ਹਾ ਕਰਕੇ, ਕਿਉਂਕਿ ਆਪਾਂ ਆਪਣੇ ਦਿਮਾਗ 'ਚ ਰੱਖੀ ਹੁੰਦੀ, ਤੁਸੀਂ ਆਪਣੇ ਦਿਮਾਗ 'ਚ ਰੱਖੀ ਹੁੰਦੀ ਹੈਗੀ ਆ, ਉਹ ਫਿਰ ਜਿਹੜੀ ਚੀਜ਼ ਹੈ ਗੜਬੜ ਹੋ ਜਾਂਦੀ ਹੈ। ਬਟ ਜਦੋਂ ਆਪਾਂ ਆਪਸ ਦੇ ਵਿੱਚ ਸੰਵਾਦ ਕਰਾਂਗੇ, ਕਨਵਰਸੇਸ਼ਨ ਕਰਾਂਗੇ, ਉਹ ਗੱਲ ਦੀ ਕਲੈਰਿਟੀ ਸਾਡੇ ਟੇਬਲ ਤੇ ਆ ਜਾਊਗੀ। ਤਾਂ ਇਤਿਹਾਸ ਗਵਾਹ ਹੈ ਇਸ ਚੀਜ਼ ਦਾ। ਪਹਿਲਾ ਮਹਾਯੁੱਧ ਹੋਇਆ, ਦੂਸਰਾ ਮਹਾਯੁੱਧ ਹੋਇਆ, ਪਹਿਲੇ ਮਹਾਯੁੱਧ ਤੋਂ ਬਾਅਦ ਵੀ ਪਹਿਲਾਂ ਉਹ ਸਾਰੇ ਲੜੇ ਆਪਸ ਦੇ ਵਿੱਚ, ਬੁਰੀ ਤਰ੍ਹਾਂ ਨੁਕਸਾਨ ਹੋਇਆ, ਸਭ ਕੁਝ ਹੋਇਆ, ਫਿਰ ਉਹ ਟੇਬਲ ਤੇ ਆਏ, ਟੇਬਲ ਤੇ ਬੈਠ ਕੇ ਫਿਰ ਗੱਲਬਾਤ ਹੋਈ। ਪਹਿਲਾਂ ਲੜ ਲਿਆ, ਫਿਰ ਗੱਲਬਾਤ ਹੋਈ। ਗੱਲ ਜਦੋਂ ਮੁੱਕਦੀ ਹੈ ਤੇ ਸਮਝੌਤਾ ਟੇਬਲ ਤੇ ਆ ਕੇ ਬੈਠ ਕੇ ਫਿਰ ਗੱਲਬਾਤ ਰਾਹੀਂ ਹੀ ਮੁੱਕਦੀ ਹੈ। ਮਤਲਬ ਦੇਖੋ ਤੁਸੀਂ, ਬਹੁਤ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ, ਕਤਲ ਹੋ ਜਾਂਦੇ ਨੇ, ਬਹੁਤ ਮਤਲਬ ਬੁਰੇ ਹੱਦ ਤੱਕ ਚਲੇ ਜਾਂਦੇ ਨੇ, ਅਖੀਰ ਫਿਰ ਉਹਨਾਂ ਨੂੰ ਬਿਠਾਇਆ ਜਾਂਦਾ ਹੈ, ਫਿਰ ਟੇਬਲ ਦੇ ਉੱਤੇ ਟਾਕ ਕੀਤੀ ਜਾਂਦੀ ਹੈਗੀ ਵੀ ਭਾਈ ਸਮਝੌਤਾ ਕੀਤਾ ਜਾਵੇ, ਜਾਂ ਤੁਸੀਂ ਨਹੀਂ ਸਮਝੌਤਾ ਕਰਨਾ, ਜਾਂ ਤੁਹਾਡਾ ਫੈਸਲਾ ਕੀਤਾ ਜਾਵੇ। ਜਿਹੜਾ UNO ਹੈ, UNESCO ਹੈ, ਹਿਊਮਨ ਰਾਈਟਸ ਵਰਗੀਆਂ ਸੰਸਥਾਵਾਂ ਨੇ, ਇਹ ਕਦੋਂ ਬਣੀਆਂ? ਫਸਟ ਵਰਲਡ ਵਾਰ ਤੋਂ ਬਾਅਦ ਹੀ ਤੇ ਸੈਕੰਡ ਵਰਲਡ ਵਾਰ ਤੋਂ ਬਾਅਦ ਹੀ ਬਣੀਆਂ ਨਾ। ਟਾਕ ਹੋਈ, ਟਾਕ ਤੋਂ ਬਾਅਦ ਉਹਦਾ ਸੋਲਿਊਸ਼ਨਸ ਬਣਾਇਆ ਗਿਆ, ਉਹਨਾਂ ਨੂੰ ਕੀਤਾ ਗਿਆ ਵੀ ਨਹੀਂ ਆਹ ਚੀਜ਼ਾਂ ਆਪਾਂ ਰੂਲਸ ਬਣਾ ਲੈਣੇ ਹੈਗੇ ਤਾਂ ਕਿ ਆਪਾਂ ਦੁਬਾਰਾ ਨਾ ਲੜੀਏ। ਯਾਨੀ ਹੁਣ ਜੇ ਆਪਾਂ ਘਰ 'ਚ ਕਹਿ ਦਈਏ ਤਾਂ ਆਪਾਂ ਜਦੋਂ ਘਰ 'ਚ ਨਾਰਾਜ਼ਗੀ ਹੁੰਦੀ ਤਾਂ ਕੋਈ ਵੱਡਾ ਬੰਦਾ ਸਮਝਾਉਂਦਾ ਹੈ ਨਾ, ਤੇ ਜੇਕਰ ਦੇਸ਼ 'ਚ ਤਾਂ ਉਹ ਸੰਸਥਾ ਹੈ, ਤਾਂ ਜਦੋਂ ਇੰਟਰਨੈਸ਼ਨਲ ਲੈਵਲ ਤੇ ਆਪਸ 'ਚ ਜ਼ਿਆਦਾ ਬੋਲਬਾਣੀ ਹੋ ਜੇ ਤਾਂ UNO ਵਰਗੇ ਸੰਸਥਾ ਵੀ ਕੰਮ ਕਰਦੀ, ਜਿਹੜੀ ਕਹਿੰਦੀ ਭਾਈ ਆਪਦੇ ਹਿਸਾਬ ਨਾਲ ਬੋਲੋ, ਜਾਂ ਤਾਂ ਅੱਡ ਹੋ ਜਾਓ ਤੇ ਲੜੋ ਨਾ। ਤੇ ਹੁਣ ਤੁਸੀਂ ਦੇਖੋ ਰਸ਼ੀਆ ਤੇ ਯੂਕਰੇਨ ਦਾ ਯੁੱਧ ਹੈ, ਦੇਖੋ ਕਿੰਨਾ ਟਾਈਮ ਚੱਲਿਆ, ਅਖੀਰ ਆ ਕੇ ਫਿਰ ਵੀ ਤਾਂ ਟਾਕ, ਫਿਰ ਵੀ ਮਤਲਬ ਹੋਇਆ ਹੀ ਹੈ ਵੀ ਗੱਲਬਾਤ ਰਾਹੀਂ ਹੀ ਉਸ ਚੀਜ਼ ਦਾ ਹੱਲ ਨਿਕਲੂਗਾ। ਪਹਿਲਾਂ ਤਾਂ ਦੋਨੇ ਜਣੇ ਹਨ ਸਾਰਾ ਕੁਝ ਅੱਖਾਂ ਖਾ ਲੀਆਂ, ਘੂਰੀਆਂ ਵੱਟ ਕੇ ਲੜ ਲਏ। ਯੂਕਰੇਨ ਨੇ ਵੀ ਪੂਰਾ ਸਾਹਮਣਾ ਕੀਤਾ ਉਹਦਾ, ਬਟ ਫਿਰ ਵੀ ਚਲੋ ਅੰਦਰ ਖਾਤੇ, ਹਾਲਾਂਕਿ ਉਹਨੇ ਰਸ਼ੀਆ ਨੇ ਬਹੁਤ ਵੱਡਾ ਇਹ ਗੱਲ ਕਹਿਤੀ ਸੀ ਵੀ ਜਿਹੜਾ ਕੰਟਰੀ ਦੀ ਮਦਦ ਕਰੂਗਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ, ਬਟ ਅੰਦਰ ਖਾਤੇ ਤੋਂ ਉਹਨੂੰ ਮਦਦ ਮਿਲੀ। ਤਾਂ ਉਹ ਕਾਫੀ ਟਾਈਮ ਦੇਖ ਲਓ ਕਿੰਨਾ, ਕੋਈ ਕਹਿੰਦਾ ਸੀ 3 ਦਿਨਾਂ ਦੇ ਵਿੱਚ ਇਹ ਤਾਂ ਖਤਮ ਹੋ ਜਾਊਗਾ, ਕੋਈ ਕਹਿੰਦਾ ਸੀ ਹਫਤੇ 'ਚ ਖਤਮ ਹੋ ਜਾਊਗਾ, ਕਿੰਨੇ ਮਹੀਨੇ ਚੱਲਦਾ ਰਿਹਾ, ਹਾਲੇ ਵੀ ਉਹ ਖਤਮ ਨਹੀਂ ਹੋਇਆ ਹਾਲੇ ਵੀ। ਮਤਲਬ ਮੈਂ ਕਹਿੰਦੀ ਫਿਰ ਵੀ ਉਹ ਗੱਲਬਾਤ ਵਾਸਤੇ ਜ਼ਰੀਆ ਲੱਭ ਰਹੇ ਹੈਗੇ ਨਾ, ਹੋਇਆ ਉਹਨਾਂ ਦਾ ਆਪਸ ਦੇ ਵਿੱਚ ਵੀ ਕੋਈ ਨਾ ਕੋਈ ਸਮਝੌਤਾ ਹੋ ਜਾਏ। ਕਿਉਂਕਿ ਪਤਾ ਐਂਡ ਤੇ ਆ ਕੇ ਜਿਹੜਾ ਮਤਲਬ ਕਿਉਂਕਿ ਲੜਿਆ ਵੀ ਕਿੰਨਾ, ਕਿਤੇ ਨਾ ਕਿਤੇ ਹਥਿਆਰ ਖਤਮ ਹੋਣਗੇ, ਕਿਤੇ ਨਾ ਕਿਤੇ ਇੰਨਾ ਨੁਕਸਾਨ ਹੋ ਰਿਹਾ, ਤਾਂ ਐਂਡ ਤੇ ਆ ਕੇ ਜਿਹੜੀ ਮਤਲਬ ਮੁੱਦਾ ਹੱਲ ਹੋਊਗਾ ਉਹ ਤਾਂ ਗੱਲਬਾਤ ਨਾਲ ਹੋਏਗਾ। ਲੜਾਈ ਕਿਸੇ ਚੀਜ਼ ਦਾ ਹੱਲ ਨਹੀਂ ਹੈ। ਜਿਵੇਂ ਨਰਿੰਦਰ ਸਿੰਘ ਕਪੂਰ ਮਤਲਬ ਉਹਨਾਂ ਦੀਆਂ ਕਿਤਾਬਾਂ ਦਾ ਬਹੁਤ ਵੰਨ-ਸੁਵੰਨੇ ਸ਼ਬਦ ਵਿਚਾਰ ਪੇਸ਼ ਕਰਦੇ ਨੇ, ਤੇ ਮੈਂ ਪੜ੍ਹਿਆ ਸੀ ਕਿਤੇ, ਉਹ ਕਹਿੰਦੇ ਜਿਹਨੂੰ ਬੋਲਣਾ ਨਹੀਂ ਆਉਂਦਾ ਉਹ ਤਾਂ ਮੂਰਖ ਹੈ, ਠੀਕ ਹੈ, ਔਰ ਜਿਹਨੂੰ ਬੋਲਣਾ ਆਉਂਦਾ ਹੈ ਪਰ ਉਹ ਬੋਲਦਾ ਨਹੀਂ, ਉਹ ਅਕੜੂ ਟਾਈਪ ਹੈ, ਵੀ ਉਹ ਸ਼ਾਇਦ ਆਪਦੀ ਹੋਮੇ 'ਚ ਤੁਰਿਆ ਫਿਰਦਾ ਭਾਈ ਮੈਂ ਫਲਾਣੇ ਨਾਲ ਨਹੀਂ ਬੋਲਣਾ, ਫਲਾਣੇ ਨਾਲ ਨਹੀਂ ਬੋਲਣਾ। ਤੇ ਜਿਹਨੂੰ ਬੋਲਣਾ ਆਉਂਦਾ ਪਰ ਹੌਸਲਾ ਨਹੀਂ ਹੈਗਾ, ਉਹਦੇ 'ਚ ਇੰਨਾ ਕੌਨਫੀਡੈਂਸ ਹੈ ਨਹੀਂ, ਉਹ ਡਰਪੋਕ ਹੈ। ਤੇ ਜਿਹਨੂੰ ਬੋਲਣਾ ਆਉਂਦਾ ਉਹ ਹਰ ਕਿਸੇ ਨਾਲ ਹਰ ਮੌਕੇ ਬੋਲਦਾ, ਉਹ ਨਿਡਰ ਹੈ, ਉਹ ਸਵੈ ਵਿਸ਼ਵਾਸੀ ਹੈ, ਕੌਨਫੀਡੈਂਟ ਬੰਦਾ ਹੈ। ਤੇ ਅਸੀਂ ਜਦੋਂ ਆਪਾਂ ਕਿਤੇ ਨਾ ਕਿਤੇ ਕੋਈ ਇੰਟਰਵਿਊ ਫੇਸ ਕਰਦੇ ਕੈਂਡੀਡੇਟ ਹਨਾ, ਜਾਂ ਆਪਾਂ ਕੁਝ ਵੈਸੇ ਸੈਮੀਨਾਰ ਕਾਨਫਰੰਸ ਕਿਤੇ ਜਾਈਏ, ਤਾਂ ਉਹੀ ਵਕਤਾ ਜਾਂ ਉਹੀ ਸਪੀਕਰ ਜਿਹੜਾ ਬੜੇ ਮਤਲਬ ਸ਼ਾਨਦਾਰ ਲਹਿਜੇ 'ਚ ਬੋਲੂਗਾ, ਬੜੇ ਉਹਦੇ ਤਰਕ ਦੇ ਢੰਗ ਤੇ ਬੋਲੂਗਾ, ਠੀਕ ਹੈ, ਆਪਾਂ ਉਹਨੂੰ ਘੰਟਿਆਂ ਬੱਧੀ ਸੁਣ ਸਕਦੇ ਹਾਂ, ਮੰਤਰ ਮੁਗਧ ਹੋ ਕੇ ਆਪਾਂ ਸੁਣ ਸਕਦੇ ਹਾਂ। ਤਾਂ ਕਿਤੇ ਨਾ ਕਿਤੇ ਜਦੋਂ ਕੋਈ ਇਹੋ ਜਿਹੀ ਪਰਸਨੈਲਿਟੀ ਬੋਲਦੀ ਜਿਹਨੂੰ ਆਪਾਂ ਲੱਗਦਾ ਵੀ ਨਹੀਂ ਇਹਦੀ ਗੱਲ 'ਚ ਵਜਨ ਹੀ ਹੈ ਨਹੀਂਗਾ ਹਨਾ, ਤਾਂ ਜਿਹੜੀ ਇੱਥੇ ਐਂ ਲੱਗਦਾ ਹੈ ਕਿ ਬੋਲਣਾ ਵੀ ਇੱਕ ਕਲਾ ਹੈ, ਇੱਕ ਹੁਨਰ ਹੈ। ਬਿਲਕੁਲ, ਜਿਸਨੇ ਬਹੁਤ ਕੁਛ ਗ੍ਰਹਿਣ ਕੀਤਾ ਹੋਊਗਾ, ਬਹੁਤ ਉਹਦੇ ਕੋਲੇ ਗਿਆਨ ਦਾ ਭੰਡਾਰ ਹੋਊਗਾ, ਉਹੀ ਬੋਲ ਸਕੂਗਾ ਨਾ। ਜਿਸਨੇ ਕੋਈ 4 ਕਿਤਾਬਾਂ ਪੜ੍ਹੀਆਂ ਹੀ ਨਹੀਂ ਹੋਣਗੀਆਂ, ਜਾਂ ਜਿਸਨੇ ਕਦੇ ਉਸ ਚੀਜ਼ ਨੂੰ ਵਾਚਿਆ ਹੀ ਨਹੀਂ ਹੋਊਗਾ,
ਉਹਦੇ ਕੋਲੇ ਫਿਰ ਸ਼ਬਦ ਵੀ ਕਿੱਥੋਂ ਆਉਣਗੇ ਨਾ। ਉਹ ਚੀਜ਼ ਹੈ ਕਿ ਬੋਲਣ ਵਾਸਤੇ ਵੀ ਸਾਨੂੰ ਬਹੁਤ ਕੁਝ ਖੰਗਾਲਣਾ ਪਊਗਾ, ਬਹੁਤ ਕੁਝ ਪੜ੍ਹਨਾ ਪਊਗਾ, ਫਿਰ ਸਾਡੋ ਗਿਆਨ ਦਾ ਸਾਗਰ ਵੱਡਾ ਕਰਨਾ ਪੈਣਾ, ਫਿਰ ਆਪਾਂ ਉਸ ਦੇ ਉੱਤੇ ਚਰਚਾ ਕਰ ਸਕਦੇ ਹੈਗੇ ਆ। ਜੀ ਅਮਨ, ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਮਤਲਬ ਚੰਗਾ ਗਿਆਨ ਹੋਣਾ ਚਾਹੀਦਾ ਹੈ, ਪਰ ਜੇ ਅਸੀਂ ਅੱਜ ਦੀ ਜਨਰੇਸ਼ਨ ਨੂੰ ਦੇਖਦੇ ਆ ਨਾ ਤੇ ਇੱਕ ਤਾਂ ਉਹਨਾਂ 'ਚ ਬੋਲਣ ਦੀ ਆਦਤ ਘਟ ਰਹੀ ਹੈ ਹਨਾ, ਪਰ ਦੂਜੇ ਨਾਲ ਅੱਜ ਦੀ ਜਿਹੜੀ ਪੀੜ੍ਹੀ ਹੈ ਇਹ ਚੰਗੇ ਸਾਹਿਤ ਤੋਂ, ਚੰਗੀਆਂ ਕਿਤਾਬਾਂ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਹੈ। ਅਸੀਂ ਆਮ ਤੌਰ ਤੇ ਮਿਸਾਲ ਵੇਖਦੇ ਹਾਂ ਕਿ ਜਿਹੜੇ ਜਾਪਾਨੀ ਲੋਕ ਹੈ ਉਹ ਪੜ੍ਹਨ 'ਚ ਬਹੁਤ ਮਤਲਬ ਉਹ ਕਿਤਾਬ ਹਮੇਸ਼ਾ ਆਪਦੇ ਸਫ਼ਰ ਦੇ ਦੌਰਾਨ ਨਾ ਕਿਤਾਬ ਕੋਲ ਰੱਖਦੇ ਆ। ਇਸੇ ਤਰ੍ਹਾਂ ਇੰਡੀਆ 'ਚ ਜੇ ਅਸੀਂ ਗੱਲ ਕਰੀਏ ਤਾਂ ਜਿਹੜੀ ਬੰਗਾਲੀ ਕਮਿਊਨਿਟੀ ਹੈ, ਬੰਗਾਲ ਦੇ ਲੋਕ ਲਿਟਰੇਚਰ ਪੜ੍ਹਨ ਦਾ ਕੁਝ ਵੀ ਕਿਸੇ ਵੀ ਭਾਸ਼ਾ 'ਚ ਕੁਝ ਵੀ ਚੰਗਾ ਉਸ ਪੜ੍ਹਨ ਦੇ ਬਹੁਤ ਸ਼ੌਕੀਨ ਨੇ। ਪਰ ਜਿਹੜੇ ਸਾਡੇ ਪੰਜਾਬੀ ਅੱਜ ਦੀ ਖਾਸ ਕਰਕੇ ਜੇ ਅਸੀਂ ਆ ਪਿਛਲੇ ਕੁਝ ਸਾਲਾਂ ਦੀ ਜਨਰੇਸ਼ਨ ਵੇਖੀਏ ਤਾਂ ਇਹ ਪੜ੍ਹਨ ਤੋਂ ਭੱਜ ਰਹੀ ਹੈ। ਉਸ ਦੀ ਕਮੀ ਕਾਰਨ ਇਹਨਾਂ 'ਚ ਕਿਤੇ ਨਾ ਕਿਤੇ ਇੱਕ ਸੂਝਵਾਨਤਾ ਦੀ, ਇੱਕ ਗਿਆਨ ਦੀ, ਇੱਕ ਚੰਗੀ ਜਿਹੜਾ ਆਪਾਂ ਕਹਿੰਦੇ ਨਾ ਵੀ ਹੁਣ ਜੇ ਪੜ੍ਹਾਂਗੇ ਤਾਂ ਨੌਲੇਜ ਵਧੂਗੀ, ਉਹ ਨੌਲੇਜ ਅਸੀਂ ਸ਼ੇਅਰ ਕਰਾਂਗੇ ਕਿਉਂਕਿ ਬੋਲਾਂਗੇ ਤਾਂ ਸ਼ੇਅਰਿੰਗ ਹੋਊਗੀ ਤਾਂ ਸਾਹਮਣੇ ਵਾਲੇ ਦੇ ਜਿਹੜੇ ਚੰਗੇ ਵਿਚਾਰ ਹੈ ਉਹ ਵੀ ਸਾਨੂੰ ਮਿਲਣਗੇ। ਤਾਂ ਇਸ ਤਰ੍ਹਾਂ ਕਿ ਜਿਹੜੀ ਕਿਤੇ ਨਾ ਕਿਤੇ ਮੇਰਾ ਮੰਨਣਾ ਹੈ ਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਇਹਨੂੰ ਚੰਗੀਆਂ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ। ਇੱਕ ਤਾਂ ਉਹਦੇ ਨਾਲ ਉਹਦੇ ਬੋਲਣ ਦੀ ਕੁਆਲਿਟੀ ਇੰਪਰੂਵ ਹੋਊਗੀ, ਪਲੱਸ ਪੁਆਇੰਟ ਇਹ ਹੋਊਗਾ ਕਿ ਉਹਦੇ ਵਿੱਚ ਇੱਕ ਬੌਧਿਕਤਾ ਦਾ ਵਿਕਾਸ ਵੀ ਹੋਊਗਾ ਜਿਹੜਾ ਕਿ ਉਹਨਾਂ ਦੀ ਸ਼ਖਸੀਅਤ ਨੂੰ, ਉਹਨਾਂ ਦੇ ਕਿਰਦਾਰ ਨੂੰ ਹੋਰ ਬੁਲੰਦ ਕਰ ਸਕਦਾ। ਹਾਂਜੀ ਬਿਲਕੁਲ ਸੁਖਦੀਪ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਜੇ ਤੁਸੀਂ ਕੇਰਲਾ ਦੇ ਵਿੱਚ ਵੀ ਜਾਓ ਨਾ, ਸਾਊਥ ਇੰਡੀਆ ਦੇ ਵਿੱਚ, ਤਾਂ ਉਹਨਾਂ ਦੇ ਨਾ ਮਤਲਬ ਘਰ ਦੇ ਵਿੱਚ ਲਾਇਬ੍ਰੇਰੀ ਜ਼ਰੂਰ ਮਿਲੂਗੀ ਤੁਹਾਨੂੰ। ਤਾਂ ਹੁਣ ਦੇਖੋ ਆਪਣੇ ਪੰਜਾਬ ਘਰ ਬਹੁਤ ਵੱਡੇ ਬਣਾ ਲੈਂਦੇ ਹੈਗੇ ਬਟ ਕਿਤਾਬਾਂ ਘੱਟ ਹੁੰਦੀਆਂ ਹੈਗੀਆਂ ਨਾ, ਲਾਇਬ੍ਰੇਰੀ ਬਹੁਤ ਘੱਟ ਲੋਕਾਂ ਦੇ ਘਰ ਦੇ ਵਿੱਚ ਲਾਇਬ੍ਰੇਰੀ ਹੋਊਗੀ। ਕਈ ਘਰਾਂ 'ਚ ਤੁਹਾਨੂੰ ਇੱਕ ਕਿਤਾਬ ਵੀ ਨਹੀਂ ਮਿਲਣੀਗੀ। ਆਹ ਹਾਲ ਹੈ ਸਾਡਾ ਪੰਜਾਬ। ਹਾਂਜੀ ਹਾਂਜੀ। ਹੁਣ ਜਦੋਂ ਫਿਰ ਉਹੀ ਗੱਲ ਆ ਗਈ ਸੁਖਦੀਪ ਮੈਮ, ਜਦੋਂ ਅਸੀਂ ਵੱਡੇ ਨਹੀਂ ਪੜਾਂਗੇ ਫਿਰ ਬੱਚੇ ਕਿਵੇਂ ਪੜਨਗੇ? ਇਹ ਵੱਡਿਆਂ ਤੋਂ ਹੀ ਕੰਮ ਸ਼ੁਰੂ ਕਰਨਾ ਪੈਣਾ, ਉਹਨਾਂ ਵਿੱਚ ਰੁਚੀ ਰੁਝਾਨ ਸਾਨੂੰ ਦੇਣਾ ਪੈਣਾ, ਤਾਂ ਹੀ ਜਿਹੜੀ ਇਹ ਬੋਲਚਾਲ ਦੀ ਜਿਹੜੀ ਸਾਡੀ ਗੱਲਬਾਤ ਹੈਗੀ ਆ ਇਹ ਅੱਗੇ ਵੱਧ ਸਕੂਗੀ। ਤਦ ਹੀ ਬੱਚਾ ਇਹ ਕੌਨਫੀਡੈਂਸ ਕਰ ਸਕੇਗਾ ਕਿ ਮੈਨੂੰ ਇਹ ਪਤਾ ਹੈ, ਮੈਂ ਇਹ ਗੱਲ ਕਹਿਣੀ ਆ। ਜਦੋਂ ਉਹਨੂੰ ਪਤਾ ਹੀ ਨਹੀਂ ਹੋਏਗਾ ਫਿਰ ਉਹ ਗੱਲ ਕਹੂਗਾ ਵੀ ਕਿਵੇਂ? ਇਹ ਮਤਲਬ ਸਮੱਸਿਆ ਮਤਲਬ ਕਿ ਬਹੁਤ ਉਜਾਗਰ ਹੈ ਇਹ ਸਮੱਸਿਆ। ਇਹ ਕੁਛ ਤਾਂ ਇਹ ਮੋਬਾਈਲਸ ਦੀ ਵਜ੍ਹਾ ਕਰਕੇ, ਟੈਕਨੋਲੋਜੀ ਦੀ ਵਜ੍ਹਾ ਕਰਕੇ ਹੋ ਗਿਆ, ਕੁਛ ਜਿਹੜੀਆਂ ਇਹ ਪੜ੍ਹਨ ਦਾ ਰੁਝਾਨ ਹੈਗਾ ਇਹ ਬੱਚਿਆਂ ਦੇ ਵਿੱਚ ਖਤਮ ਹੀ ਹੁੰਦਾ ਜਾ ਰਿਹਾ ਹੈਗਾ। ਇਸੇ ਕਰਕੇ ਗੱਲਬਾਤ ਵੀ ਖਤਮ ਹੁੰਦੀ ਜਾ ਰਹੀ ਹੈਗੀ ਆ ਕਿਉਂਕਿ ਸ਼ਬਦ ਚਾਹੀਦੇ ਨੇ, ਸ਼ਬਦ ਭੰਡਾਰ ਚਾਹੀਦਾ ਹੈਗਾ ਗੱਲ ਕਰਨ ਵਾਸਤੇ ਵੀ, ਚਰਚਾ ਕਰਨ ਵਾਸਤੇ ਵੀ। ਆਪਾਂ ਹੁਣ ਗੱਲ ਕਰ ਰਹੇ ਹਾਂ, ਆਪਾਂ ਰੈਫਰੈਂਸਿਸ ਲੈ ਰਹੇ ਹੈਗੇ। ਜੇ ਕਿਤੇ ਕੋਈ ਚੀਜ਼ ਆਪਾਂ ਪੜ੍ਹੀ ਹੋਈ ਆ ਫਿਰ ਹੀ ਆਪਣੇ ਦਿਮਾਗ ਦੇ ਵਿੱਚ ਉਹ ਚੀਜ਼ ਆ ਰਹੀ ਹੈ, ਫਿਰ ਆਪਾਂ ਰੱਖ ਰਹੇ ਹਾਂ। ਪੜ੍ਹਨਾ ਬਹੁਤ ਜ਼ਰੂਰੀ ਹੈ, ਜੇ ਪੜ੍ਹਾਂਗੇ ਫਿਰ ਆਪਾਂ ਗੱਲਬਾਤ ਕਰਾਂਗੇ। ਹਾਂਜੀ, ਮੈਨੂੰ ਲੱਗਦਾ ਹੁਣ ਆਪਣਾ ਟਾਈਮ ਕਾਫੀ ਹੋ ਗਿਆ। ਜੇ ਆਪਾਂ ਆਪਣੇ ਇਸ ਵਿਸ਼ੇ ਨੂੰ ਸਮੇਟਣਾ ਹੋਵੇ ਤਾਂ ਥੋੜੇ ਜਿਹੇ ਸ਼ਬਦਾਂ 'ਚ ਆਪਾਂ ਜੇ ਨਿਚੋੜ ਕੱਢੀਏ, ਹੁਣ ਆਪਾਂ ਬੋਲ ਵੀ ਡਿਸਕਸ ਕਰ ਚੁੱਕੇ ਹਾਂ ਨਾ, ਆਪਾਂ ਚੁੱਪ ਤੇ ਵੀ ਗੱਲ ਕੀਤੀ ਹੈ, ਤਾਂ ਕੁਝ ਜੇ ਆਪਾਂ ਚੰਦ ਸ਼ਬਦਾਂ 'ਚ ਇਸ ਚੀਜ਼ ਨੂੰ ਸਮੇਟਣਾ ਹੋਵੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਕੀ ਹੋ ਸਕਦਾ ਹੈ? ਹਾਂਜੀ ਸੁਖਦੀਪ ਜੀ, ਮੈਨੂੰ ਤਾਂ ਇਹੀ ਲੱਗਦਾ ਹੈਗਾ ਕਿ ਜਿੱਥੇ ਜ਼ੁਲਮ ਹੁੰਦਾ ਹੈ ਉੱਥੇ ਤੁਹਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਚਾਹੇ ਤੁਹਾਡੇ ਆਪਣੇ ਤੇ ਹੋ ਰਿਹਾ, ਚਾਹੇ ਤੁਹਾਡੇ ਕਿਸੇ ਵੀ ਹੋ ਰਿਹਾ, ਤੁਹਾਡੇ ਅੱਖਾਂ ਦੇ ਸਾਹਮਣੇ ਹੋ ਰਿਹਾ, ਚਾਹੇ ਕਿਸੇ ਦਾ ਹਕੂਕ ਖੋਇਆ ਜਾ ਰਿਹਾ ਹੈਗਾ, ਤਾਂ ਸਾਨੂੰ ਬੋਲਣਾ ਜ਼ਰੂਰ ਚਾਹੀਦਾ ਹੈਗਾ। ਸਾਨੂੰ ਉਸ ਦੇ ਨਾਲ ਖੜੇ ਹੋਣਾ ਚਾਹੀਦਾ ਹੈ, ਸਾਨੂੰ ਉਸ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਤੇ ਜੇ ਅਸੀਂ ਕੋਈ ਇਸ ਤਰ੍ਹਾਂ ਦੇ ਸਿਚੁਏਸ਼ਨ ਵਿੱਚ ਆ ਗਏ ਹਾਂ ਕਿ ਆਪਣੇ ਘਰ ਸਾਡੀ ਚੁੱਪ ਨਾਲ ਬਚ ਸਕਦਾ ਹੈਗਾ, ਸਾਡਾ ਘਰ ਟੁੱਟਣੋਂ ਬਚ ਸਕਦਾ ਸਿਰਫ ਸਾਡੀ ਚੁੱਪ ਦੇ ਨਾਲ, ਤਾਂ ਫਿਰ ਸਾਨੂੰ ਚੁੱਪ ਵੀ ਰਹਿਣਾ ਚਾਹੀਦਾ ਹੈ। ਜਿੱਥੇ ਮਸਲਾ ਸਾਡੀ ਚੁੱਪ ਰਹਿੰਦਿਆਂ ਹੋਇਆਂ ਉਹ ਸੁਲਝ ਰਿਹਾ ਹੈ ਤੇ ਉੱਥੇ ਫਿਰ ਚੁੱਪ ਵੀ ਰਹਿਣਾ ਚਾਹੀਦਾ। ਮੈਂ ਕਹਿੰਦੀ ਹਾਂ ਜਿੰਨਾ ਜ਼ਰੂਰੀ ਬੋਲਣਾ ਹੈ ਉਨਾ ਜ਼ਰੂਰੀ ਚੁੱਪ ਰਹਿਣਾ ਹੈ। ਇਸ ਤਰ੍ਹਾਂ ਹੁਣ ਜੇ ਬੋਲਣਾ ਹੈ ਤਾਂ ਬਦਲਾਅ ਜਿਹੜਾ ਬੋਲ ਕੇ ਹੀ ਆਊਗਾ। ਪਿੱਛੇ ਵੀ ਇਸ ਇਤਿਹਾਸ 'ਚ ਵੀ ਨਿਗਾਹ ਮਾਰ ਲਈਏ ਤੇ ਅੱਜ ਵੀ ਇਹ ਸਾਡੇ ਕੋਲ ਮਸਲੇ ਬਹੁਤ ਆ ਕਿ ਅਸੀਂ ਖਾਸ ਕਰਕੇ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਹੈ, ਅਸੀਂ ਪੰਜਾਬ ਦੇ ਬਸ਼ਿੰਦੇ ਆ, ਅਸੀਂ ਨਿਤ ਨਵੀਂ ਸਾਡੇ ਲਈ ਕੋਈ ਨਾ ਕੋਈ ਇਦਾਂ ਦੀ ਪ੍ਰੋਬਲਮ ਜਾਂ ਇਦਾਂ ਦੀ ਸਮੱਸਿਆ ਸਾਨੂੰ ਫੇਸ ਕਰਨੀ ਪੈ ਰਹੀ ਹੈ, ਪਰ ਅਸੀਂ ਚੁੱਪਚਾਪ ਜੰਦਰੇ ਮਾਰ ਕੇ ਆਪਦੇ ਮੂੰਹਾਂ ਨੂੰ ਬੈਠੇ ਆ, ਤਮਾਸ਼ਬੀਨ ਬਣੇ ਹੋਏ ਆ। ਤਾਂ ਜੇਕਰ ਅਸੀਂ ਚਾਹੁੰਦੇ ਆ, ਅਸੀਂ ਇਹ ਕਹਿੰਦੇ ਆ
ਚਲ ਉਹ ਕਰ ਲੂਗਾ, ਮੈਨੂੰ ਕੀ ਲੋੜ ਹੈ। ਹੁਣ ਹਾਂਜੀ। ਜਿਵੇਂ ਆਮ ਕਿਹਾ ਜਾਂਦਾ ਨਾ ਵੀ ਭਗਤ ਸਿੰਘ ਗੁਆਂਢੀਆਂ ਦੇ ਘਰ ਪੈਦਾ ਹੋਵੇ, ਮੇਰੇ ਘਰ ਨਾ ਹੋਵੇ, ਹਾਂਜੀ, ਹਨਾ। ਹਾਂਜੀ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਐਵੇਂ ਹਕੂਮਤਾਂ ਦੇ ਖਿਲਾਫ ਕੁਝ ਬੋਲੀਏ। ਸਾਨੂੰ ਸਾਰਿਆਂ ਨੂੰ ਇਦਾਂ ਹੋ ਗਿਆ ਵੀ ਮੈਂ ਨਹੀਂ ਬੋਲਣਾ, ਮੈਂ ਤਾਂ ਚੁੱਪਚਾਪ ਆਪਦੀ 2 ਡੰਗ ਦੀ ਰੋਟੀ ਕਮਾਵਾਂ, ਖਾਵਾਂ ਤੇ ਆਪਦੇ ਬੱਚਿਆਂ ਨਾਲ ਟਾਈਮ ਪਾਸ ਕਰੀ ਜਾਵਾਂ। ਪਰ ਜੇ ਬੋਲਾਂਗੇ ਤਾਂ ਮਸਲਾ ਉੱਠੂਗਾ। ਹਾਂਜੀ ਹਾਂਜੀ, ਜੇ ਉੱਠੂਗਾ ਤਾਂ ਉਹਦਾ ਹੱਲ ਵੀ ਹੋਊਗਾ। ਹਾਂਜੀ, ਤੇ ਫਿਰ ਉਹਦਾ ਫਾਇਦਾ ਵੀ ਬਹੁਤ ਸਾਰੇ ਸਭ ਨੂੰ ਹੀ ਹੋਏਗਾ। ਇਹ ਤਾਂ ਹੈ ਨਹੀਂ ਕਿ ਇਕੱਲੇ ਇੱਕ ਜਣੇ ਨੂੰ ਹੋਏਗਾ। ਕਿ ਜਦੋਂ ਆਪਾਂ ਬੋਲਾਂਗੇ ਕੋਈ ਚੀਜ਼, ਕਿਸੇ ਚੀਜ਼, ਕੋਈ ਜ਼ੁਲਮ ਹੋ ਰਿਹਾ, ਕੋਈ ਸ਼ੋਸ਼ਣ ਹੋ ਰਿਹਾ ਜਾਂ ਕੋਈ ਸਮੱਸਿਆ ਪੈਦਾ ਹੋ ਰਹੀ ਆ, ਆਪਾਂ ਉਸ ਦੇ ਅਗੇਂਸਟ ਖੜੇ ਹੋਵਾਂਗੇ ਤਾਂ ਉਸ ਟਾਈਮ ਤਾਂ ਸਫਰ ਕਰਾਂਗੇ ਆਪਾਂ, ਸੰਘਰਸ਼ ਕਰਾਂਗੇ ਆਪਾਂ। ਬਟ ਜਦੋਂ ਉਹ ਆਪਣੀ ਸਫਲਤਾ ਦੇ ਉੱਤੇ ਆਊਗਾ, ਉਸ ਦਾ ਫਾਇਦਾ ਫਿਰ ਸਾਰਿਆਂ ਨੂੰ ਹੋਏਗਾ। ਹੁਣ ਤੁਸੀਂ ਦੇਖ ਲਓ, ਚਾਹੇ ਨੌਕਰੀਆਂ ਨੇ, ਚਾਹੇ ਪਾਣੀ ਦੀ ਸਮੱਸਿਆ ਹੈ ਨਾ ਬਹੁਤ ਵੱਡੀ, ਆਪਣੀ ਪੰਜਾਬ ਜਿਸ ਦਾ ਨਾਮ ਹੀ 5 ਪਾਣੀਆਂ ਦਰਿਆਵਾਂ ਤੋਂ ਲਿਆ ਗਿਆ, ਤਾਂ ਅੱਜ ਆਪਾਂ ਨੂੰ ਉਸ ਦੀ ਵੀ ਬਹੁਤ ਵੱਡੀ ਮੁਸੀਬਤ ਬਣੀ ਪਈ ਹੈ ਵੀ ਸਾਨੂੰ ਸਾਡਾ ਪਾਣੀ ਨਹੀਂ ਮਿਲ ਰਿਹਾ। ਹੁਣ ਜੇ ਆਪਾਂ ਇਸ ਦੇ ਉੱਤੇ ਗੱਲ ਚਰਚਾ ਨਹੀਂ ਚੱਲੂਗੀ, ਬੁੱਧੀਜੀਵੀ ਇਕੱਠੇ ਨਹੀਂ ਹੋਣਗੇ ਜਾਂ ਆਮ ਲੋਕ ਵੀ ਇਸ ਦੇ ਉੱਤੇ ਕੰਨੀ ਕਤਰਾਉਣਗੇ ਵੀ ਕੀ ਲੋੜ ਹੈਗੀ ਆ, ਤਾਂ ਨਹੀਂ, ਲੋੜ ਹੈਗੀ ਆ। ਸਾਡਾ ਮਸਲਾ ਹੈ, ਕਹਿੰਦੇ ਆ ਕਿ ਕਿਤੇ ਜੰਗਲ 'ਚ ਅੱਗ ਲੱਗੀ ਹੋਈ ਸੀ, ਚਿੜੀ ਪਾਣੀ ਲਿਜਾ ਕੇ ਉਹਦੇ ਤੇ ਪਾ ਰਹੀ ਸੀ। ਉਹ ਕਹਿੰਦੇ ਕਿ ਤੇਰੀ ਇਸ ਬੂੰਦ ਨਾਲ ਅੱਗ ਬੁਝ ਜੂਗੀ। ਉਹ ਕਹਿੰਦੀ ਵੀ ਮੇਰਾ ਨਾਮ ਉਹਨਾਂ 'ਚ ਆਊਗਾ ਜਿਹੜਾ ਅੱਗ ਬੁਝਾ ਰਹੇ ਸੀ, ਉਹਨਾਂ 'ਚ ਨਹੀਂ ਆਊਗਾ ਕਿ ਕੋਲੋਂ ਦੀ ਲੰਘ ਰਹੇ ਸੀ ਜਾਂ ਜਿਹੜੇ ਤਮਾਸ਼ਬੀਨ ਬਣ ਗਏ ਸੀ। ਹਾਂ, ਕਿ ਮੈਂ ਆਪਦਾ ਯੋਗਦਾਨ ਪਾਇਆ, ਭਾਵੇਂ ਬੂੰਦ ਹੀ ਪਾਇਆ ਸੀ। ਤਾਂ ਮੈਂ ਤਾਂ ਸੁਖਦੀਪ ਜੀ ਇਹੀ ਕਹਿਣਾ ਚਾਹੁੰਦੀ ਹਾਂ ਕਿ ਜ਼ਰੂਰ ਬੋਲਣਾ ਚਾਹੀਦਾ ਉੱਥੇ ਜਿੱਥੇ ਸਾਡੇ ਹੱਕਾਂ ਦੀ ਕੋਈ ਸਾਡੇ ਹੱਕ ਖਾ ਰਿਹਾ ਹੈ, ਸਾਡੇ ਹੱਕਾਂ ਨੂੰ ਖਤਰਾ ਹੈ, ਜਾਂ ਕੋਈ ਸਾਡੀ ਬਹੁਤ ਵੱਡੀ ਸਮੱਸਿਆ ਹੈ ਤੇ ਸਾਨੂੰ ਉਹ ਲੈ ਕੇ ਆਉਣੀ ਚਾਹੀਦੀ ਹੈ ਬਾਹਰ, ਭਾਵੇਂ ਉਹ ਔਰਤਾਂ ਦੀ ਹੋਵੇ, ਭਾਵੇਂ ਉਹ ਬੱਚਿਆਂ ਦੀ ਹੋਵੇ, ਭਾਵੇਂ ਉਹ ਬੇਰੁਜ਼ਗਾਰੀ ਦੀ ਹੋਵੇ, ਭਾਵੇਂ ਸਾਡੇ ਪਾਣੀਆਂ ਦੀ ਹੋਵੇ। ਬੋਲਣ ਦਾ ਹੱਕ ਸਾਨੂੰ ਸਾਡਾ ਸੰਵਿਧਾਨ ਵੀ ਦਿੰਦਾ ਹੈ। ਅਸੀਂ ਲੋਕਤੰਤਰ ਮੁਲਕ ਵਿੱਚ ਰਹਿ ਰਹੇ ਹਾਂ, ਡੈਮੋਕ੍ਰੇਟਿਕ ਕੰਟਰੀ ਵਿੱਚ ਰਹਿ ਰਹੇ ਹਾਂ, ਬੋਲਣਾ ਸਾਡਾ ਹੱਕ ਹੈ। ਹਾਂ, ਸਾਡੇ ਬੋਲਾਂ ਦੇ ਨਾਲ ਕਿਸੇ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਸਾਡੇ ਜਿਹੜਾ ਬੋਲ ਹੈ, ਜੋ ਅਸੀਂ ਗੱਲਬਾਤ ਕਰ ਰਹੇ ਹੈਗੇ ਆ, ਉਸ ਅਸੀਂ ਆਪਣੀ ਸਾਫ਼, ਸਪਸ਼ਟ ਤੇ ਸੁਲਝੇ ਹੋਏ ਤਰੀਕੇ ਦੇ ਨਾਲ ਅਸੀਂ ਆਪਣੀ ਰੱਖੀਏ ਤਾਂ ਉਸ ਦਾ ਕੋਈ ਐਤਰਾਜ਼ ਨਹੀਂ ਹੋਣਾ ਚਾਹੀਦਾ ਹੈਗਾ। ਬਟ ਕਹਿੰਦੇ ਕਿ ਸੱਚ ਬੋਲਿਆ ਪਾਂਬੜ ਤਾਂ ਫਿਰ ਮੱਚਦਾ ਹੀ ਹੈ। ਇਹ ਤਾਂ ਸ਼ੁਰੂ ਤੋਂ ਮੁੱਢ ਕਦੀਮ ਤੋਂ ਹੀ ਹੁੰਦਾ ਆ ਰਿਹਾ ਹੈ। ਤੇ ਦਰਸ਼ਕੋ, ਸੱਜਰੇ ਬੋਲਾਂ ਰਾਹੀਂ ਬੋਲਣ ਤੇ ਚੁੱਪ ਦੀ ਅਹਿਮੀਅਤ ਦੱਸਣ ਦੀ ਸਾਡੀ ਇਹ ਪਹਿਲੀ ਕੋਸ਼ਿਸ਼ ਸੀ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਾ ਹੋਊਗਾ ਤੇ ਤੁਸੀਂ ਵੀ ਸਾਡੇ ਨਾਲ ਆਪਣੇ ਵਿਚਾਰ ਜਾਂ ਕੁਝ ਵੀ ਤੁਹਾਡੇ ਮਨ 'ਚ, ਜਿੱਦਾਂ ਹੁਣ ਹਰ ਕਿਸੇ ਦੀ ਜ਼ਿੰਦਗੀ ਦੇ ਆਪਣੇ ਤਜਰਬੇ ਹੁੰਦੇ ਆ, ਤਾਂ ਤੁਸੀਂ ਵੀ ਸਾਡੇ ਨਾਲ ਆਪਣੇ ਤਜਰਬੇ ਮੈਸੇਜ ਰਾਹੀਂ ਜਾਂ ਸਾਡੇ ਨਾਲ ਫੇਸਬੁੱਕ ਤੇ ਜਾਂ YouTube ਤੇ ਸਾਂਝੇ ਕਰ ਸਕਦੇ ਹੋ। ਤਾਂ ਅਮਨ, ਮੈਨੂੰ ਲੱਗਦਾ ਹੁਣ ਆਪਾਂ ਨੂੰ ਦਰਸ਼ਕਾਂ ਤੋਂ ਇਜਾਜ਼ਤ ਲੈਣੀ ਚਾਹੀਦੀ ਹੈ। ਹਾਂਜੀ, ਬਿਲਕੁਲ। ਧੰਨਵਾਦ, ਧੰਨਵਾਦ। ਬਹੁਤ ਬਹੁਤ।